ਅੱਜ ਆਪਾਂ ਕਰਨ ਜਾ ਰਹੇ ਹਾਂ ਚੈਪਟਰ ਸੈਕੰਡ ਡੈਂਪਡ ਸਿੰਪਲ ਹਾਰਮੋਨਿਕ ਮੋਸ਼ਨ। ਡੈਂਪਡ ਸਿੰਪਲ ਹਾਰਮੋਨਿਕ ਮੋਸ਼ਨ ਕੀ ਹੈ? ਕਹਿੰਦਾ ਪਹਿਲਾਂ ਆਪਾਂ ਜਿਹੜੇ ਪਹਿਲੇ ਚੈਪਟਰ 'ਚ ਆਪਾਂ ਦੋ ਚੀਜ਼ਾਂ ਪੜ੍ਹੀਆਂ ਸੀਗੀਆਂ। ਇੱਕ ਤਾਂ ਹੁੰਦਾ ਫ੍ਰੀ ਔਸੀਲੇਸ਼ਨਸ, ਫ੍ਰੀ ਡੈਂਪਡ ਹਾਰਮੋਨਿਕ ਔਸੀਲੇਟਰ। ਇੱਕ ਹੁੰਦਾ ਵਾ ਡੈਂਪਡ ਹਾਰਮੋਨਿਕ ਔਸੀਲੇਟਰ, ਇੱਕ ਹੁੰਦਾ ਅਨਡੈਂਪਡ। ਇੱਕ ਡੈਂਪਡ ਹੁੰਦਾ, ਇੱਕ ਅਨਡੈਂਪਡ ਹੁੰਦਾ। ਡੈਂਪਡ ਉਹ ਚੀਜ਼ ਹੈ ਜਿਹਦੇ ਵਿੱਚ ਜਿਹੜੀਆਂ ਔਸੀਲੇਸ਼ਨ ਹੈ ਉਹ ਘਟਦੀਆਂ ਜਾਂਦੀਆਂ ਨੇ, ਠੀਕ ਹੈ। ਜੀ ਅਨਡੈਂਪਡ ਉਹ ਹੁੰਦਾ ਜਿਹਦੇ ਵਿੱਚ ਔਸੀਲੇਸ਼ਨ ਕੀ ਕਾਂਸਟੈਂਟ ਰਹਿੰਦੀ ਨੇ। ਮੰਨ ਲਓ ਇੱਕ ਪੈਂਡੂਲਮ ਹੁਣ ਲਾਤਾ, ਔਸੀਲੇਟ ਕਰੀ ਜਾਂਦਾ, ਠੀਕ ਹੈ। ਉਹ ਕਦੇ ਉਹਦਾ ਐਂਪਲੀਟਿਊਡ ਘਟਦਾ ਹੀ ਨਹੀਂ ਹੈਗਾ, ਠੀਕ ਹੈ। ਉਹ ਸਾਰੀ ਉਮਰ ਲਈ ਔਸੀਲੇਟ ਕਰੀ ਜਾਂਦਾ ਹਰ ਟਾਈਮ, ਠੀਕ ਹੈ। ਇੱਕ ਵਾਰ ਆਪਾਂ ਲਾਇਆ ਉਹਨੂੰ ਆਪਾਂ ਕਹਿੰਦੇ ਹਾਂ ਅਨਡੈਂਪਡ ਔਸੀਲੇਟਰ ਜਾਂ ਅਨਡੈਂਪਡ ਸਿੰਪਲ ਹਾਰਮੋਨਿਕ ਮੋਸ਼ਨ। ਇੱਕ ਹੁੰਦਾ ਮੰਨ ਲਓ ਆਪਾਂ ਇੱਕ ਪੈਂਡੂਲਮ ਹਿਲਾਇਆ, ਉਹ ਥੋੜ੍ਹੇ ਟਾਈਮ ਉਹਦਾ ਐਂਪਲੀਟਿਊਡ ਕੀ ਘਟਦਾ ਕੀ ਹੈ, ਰੁਕ ਗਿਆ, ਉਹਨੂੰ ਆਪਾਂ ਕਹਿੰਦੇ ਡੈਂਪਡ ਸਿੰਪਲ ਹਾਰਮੋਨਿਕ ਮੋਸ਼ਨ। ਹੁਣ ਆਪਾਂ ਇਹ ਚੈਪਟਰ ਦੇ ਵਿੱਚ ਸਿਰਫ ਡੈਂਪਡ ਸਿੰਪਲ ਹਾਰਮੋਨਿਕ ਮੋਸ਼ਨ ਬਾਰੇ ਪੜ੍ਹਨਾ ਵੀ ਉਹ ਕੀ ਚੀਜ਼ਾਂ ਹੁੰਦੀਆਂ। ਡੈਂਪਡ ਸਿੰਪਲ ਹਾਰਮੋਨਿਕ ਮੋਸ਼ਨ, ਠੀਕ ਹੈ ਜੀ। ਡੈਂਪਡ ਦਾ ਤੁਹਾਨੂੰ ਪਤਾ ਲੱਗਿਆ ਜਿਹਦਾ ਐਂਪਲੀਟਿਊਡ ਕੀ ਹੈ ਘਟਦਾ ਵਿਦ ਰਿਸਪੈਕਟ ਟੂ ਟਾਈਮ, ਉਹਨੂੰ ਆਪਾਂ ਕਹਿੰਦੇ ਡੈਂਪਡ ਸਿੰਪਲ ਹਾਰਮੋਨਿਕ ਮੋਸ਼ਨ। ਜਿਹਦੇ ਵਿੱਚ ਆ ਪਹਿਲਾਂ ਕਰਨ ਦੀ ਲੋੜ ਨਹੀਂ, ਆਹ ਵੀ ਨਹੀਂ ਕਰਨਾ ਆਪਾਂ ਨੇ, ਆਹ ਵੀ ਨਹੀਂ ਕਰਨਾ, ਆਪਾਂ ਇੱਥੋਂ ਸ਼ੁਰੂ ਕਰਨਾ। ਡਿਕੇ ਔਰ ਫ੍ਰੀ ਵਾਈਬ੍ਰੇਸ਼ਨ ਡਿਊ ਟੂ ਡੈਂਪਿੰਗ। ਹੁਣ ਕਹਿੰਦਾ ਜਿਹੜਾ ਜਿਹਦੀਆਂ ਔਸੀਲੇਸ਼ਨ ਜਿਹਨੇ ਐਂਪਲੀਟਿਊਡ ਨਹੀਂ ਘਟਦਾ ਹੈਗਾ ਉਹਨੂੰ ਆਪਾਂ ਕਹਿੰਦੇ ਅਨਡੈਂਪਡ ਔਸੀਲੇਟਰ। ਪਰ ਜਿਹੜੀਆਂ ਔਸੀਲੇਸ਼ਨ ਮਕੈਨੀਕਲ ਔਸੀਲੇਟਰ ਦੀਆਂ ਘਟਦੀਆਂ ਨੇ ਉਹ ਕਾਹਦੇ ਕਰਕੇ ਘਟਦੀਆਂ? ਜਿਵੇਂ ਮਕੈਨੀਕਲ ਔਸੀਲੇਟਰ 'ਤੇ ਫੋਰਸ ਲੱਗਦੀ ਹੈ, ਐਕਸ਼ਨ ਗ੍ਰੈਵਿਟੀ ਲੱਗਦੀ ਹੈ, ਡਿਊ ਟੂ ਏਅਰ ਲੱਗਦੀ ਹੈ, ਠੀਕ ਹੈ। ਵਿਸਕਸ ਫੋਰਸ ਲੱਗਦੀ ਹੈ, ਫ੍ਰਿਕਸ਼ਨ ਫੋਰਸ ਲੱਗਦੀ ਹੈ। ਉਹ ਸਾਰੀਆਂ ਫੋਰਸਾਂ ਕੀ ਹੈ ਉਹਦੇ ਓਪੋਜ਼ਿਟ ਲੱਗਦੀਆਂ ਨੇ, ਅਤੇ ਉਹਨੂੰ ਕੀ ਹੈ ਉਹਦਾ ਔਸੀਲੇਸ਼ਨ ਕੀ ਘਟਾਉਂਦੀਆਂ ਜਾਂਦੀਆਂ ਨੇ, ਅਤੇ ਉਹਨੂੰ ਆਪਾਂ ਕਹਿੰਦੇ ਹਾਂ ਡੈਂਪਡ ਹਾਰਮੋਨਿਕ ਔਸੀਲੇਟਰ, ਜਿਹਦਾ ਔਸੀਲੇਸ਼ਨ ਕੀ ਘਟਦੀਆਂ ਨੇ। ਇੱਦਾਂ ਇਲੈਕਟ੍ਰੀਕਲ ਦੇ ਵਿੱਚ ਕੀ ਹੈ, ਇਲੈਕਟ੍ਰੀਕਲ ਦੇ ਵਿੱਚ ਫੋਰਸ ਆਫ ਫ੍ਰਿਕਸ਼ਨ ਨਹੀਂ ਹੁੰਦੀ, ਏਅਰ ਨਹੀਂ ਹੁੰਦੀ, ਉਹਦੇ ਸਿਰ ਇੱਕੇ ਫੋਰਸ ਹੁੰਦੀ ਹੈ ਜਿਹਨੂੰ ਕਹਿੰਦੇ ਆ ਰੈਜ਼ਿਸਟਿਵ ਫੋਰਸ, ਰੈਜ਼ਿਸਟੈਂਸ, ਵਾਇਰ ਦੀ ਰੈਜ਼ਿਸਟੈਂਸ। ਜਦੋਂ ਆਪਾਂ ਕੋਈ ਵੀ ਵਾਇਰ ਜੋੜਦੇ ਹਾਂ ਤਾਂ ਉਹਦੀ ਇੱਕ ਆਪਣੀ ਇੰਟਰਨਲ ਰੈਜ਼ਿਸਟੈਂਸ ਹੁੰਦੀ ਹੈ, ਉਹ ਰੈਜ਼ਿਸਟੈਂਸ ਦੇ ਕਰਕੇ ਉਹਦੀ ਜਿਹੜੀਆਂ ਚਾਰਜਿੰਗ ਡਿਸਚਾਰਜਿੰਗ ਹੈ ਘਟਦਾ ਜਾਂਦਾ ਵਾ, ਹੌਲੀ ਹੌਲੀ ਟਾਈਮ ਬਾਅਦ ਕੀ ਆ ਉਹ ਸੀਜ਼ੀਜ਼ ਹੋ ਜਾਂਦਾ, ਖਤਮ ਹੋ ਜਾਂਦੀਆਂ ਨੇ ਔਸੀਲੇਸ਼ਨਸ, ਠੀਕ ਹੈ। ਇਹ ਆਪਾਂ ਦੋਨਾਂ ਚੀਜ਼ਾਂ ਪੜ੍ਹ ਰਹੇ ਹਾਂ ਕਿ ਮਕੈਨੀਕਲ ਔਸੀਲੇਟਰ ਦੇ ਵਿੱਚ ਫ੍ਰਿਕਸ਼ਨ ਫੋਰਸ ਵੀ ਹੋ ਸਕਦੀ ਹੈ, ਏਅਰ ਫੋਰਸ ਵੀ ਹੋ ਸਕਦੀ ਹੈ, ਵਿਸਕਸ ਡਰੈਗ ਵੀ ਹੋ ਸਕਦੀ ਹੈ, ਠੀਕ ਹੈ। ਇਹ ਕਈ ਫੋਰਸਾਂ ਹੋ ਸਕਦੀਆਂ ਨੇ, ਪਰ ਜਿਹੜੇ ਆਪਣਾ ਇਲੈਕਟ੍ਰੀਕਲ ਔਸੀਲੇਟਰ ਹੈ ਉਹਦੇ ਵਿੱਚ ਜ਼ਿਆਦਾਤਰ ਫੋਰਸ ਹੁੰਦੀ ਹੈ ਰੈਜ਼ਿਸਟਿਵ ਫੋਰਸ, ਠੀਕ ਹੈ ਜੀ। ਹੁਣ ਪਹਿਲੇ ਨੰਬਰ 'ਤੇ ਆਪਾਂ ਪਹਿਲਾਂ ਇਹ ਦੋ ਤੇ ਪੜ੍ਹਾਂਗੇ ਆਪਾਂ। ਇੱਕ ਤਾਂ ਪਹਿਲਾਂ ਆਪਾਂ ਮਕੈਨੀਕਲ ਆਪਣਾ ਔਸੀਲੇਟਰ ਪੜ੍ਹਾਂਗੇ, ਡੈਂਪਡ ਮਕੈਨੀਕਲ ਔਸੀਲੇਟਰ, ਉਹਦੀ ਆਪਾਂ ਇਕੁਏਸ਼ਨ ਟਰਾਈ ਕਰਾਂਗੇ, ਉਹਦੇ ਡੈਂਪਿੰਗ ਫੈਕਟਰ ਦੇਖਾਂਗੇ ਕਿੰਨੀ ਤਰ੍ਹਾਂ ਡੈਂਪਿੰਗ ਹੁੰਦੀ ਹੈ। ਫਿਰ ਆਪਾਂ ਇਲੈਕਟ੍ਰੀਕਲ ਔਸੀਲੇਟਰ ਬਾਰੇ ਪੜ੍ਹਾਂਗੇ, ਫਿਰ ਇਲੈਕਟ੍ਰੀਕਲ ਦੀ ਡੈਂਪਿੰਗ ਸਾਰਾ ਕੁਝ ਏ ਟੂ ਡੈਟ ਕੰਪਲੀਟ ਕਰਾਂਗੇ। ਉਹਦਾ ਲੌਗਰਿਥਮ ਡਿਸਕ੍ਰਿਮੀਨੇਟ ਕੀ ਹੁੰਦਾ ਵਾ, ਰਿਲੈਕਸੇਸ਼ਨ ਟਾਈਮ ਕੀ ਹੁੰਦਾ ਵਾ, ਠੀਕ ਹੈ, ਕੁਆਲਿਟੀ ਫੈਕਟਰ ਕੀ ਹੁੰਦਾ, ਉਹ ਸਾਰਾ ਪੜ੍ਹਾਂਗੇ, ਠੀਕ ਹੈ। ਪਾਰਟ 1 ਦੇ ਵਿੱਚ ਆਪਾਂ ਸਿਰਫ ਇਕੱਲਾ ਆਪਣਾ ਮਕੈਨੀਕਲ ਔਸੀਲੇਟਰ ਦੀ ਡੈਂਪਿੰਗ ਪੜ੍ਹਨੀ ਹੈ। ਹੁਣ ਡੈਂਪਡ ਮਕੈਨੀਕਲ ਔਸੀਲੇਟਰ ਕੀ ਹੈ? ਹੁਣ ਆਪਾਂ ਪਹਿਲਾਂ ਕਰ ਚੁੱਕੇ ਹਾਂ। ਪਹਿਲਾਂ ਤਾਂ ਜੀ ਡੈਫੀਨੇਸ਼ਨ ਦੇਖੋ, ਡੈਫੀਨੇਸ਼ਨ ਕੀ ਕਹਿੰਦੇ ਆ, ਐਨ ਔਸੀਲੇਟਰ ਵਿਚ ਪ੍ਰੋਡਿਊਸ ਔਸੀਲੇਸ਼ਨ ਡਿਕਰੀਜ਼ ਐਂਪਲੀਟਿਊਡ ਡਿਊ ਟੂ ਡਿਸੀਪੇਸ਼ਨ ਆਫ ਐਨਰਜੀ। ਕਹਿੰਦਾ ਉਹ ਜਿਵੇਂ ਮੰਨ ਲਓ ਆਪਾਂ ਲਾ ਲਿਆ, ਇੱਕ ਦੀਆਂ ਔਸੀਲੇਸ਼ਨ ਐਨ ਕਾਂਸਟੈਂਟ ਰਹਿੰਦੀਆਂ ਨੇ, ਠੀਕ ਹੈ। ਇੱਕ ਦੀਆਂ ਔਸੀਲੇਸ਼ਨ ਐਨ ਘਟਦੀਆਂ ਨੇ, ਮੰਨ ਲਓ ਇੱਥੋਂ ਪਹਿਲਾਂ ਵੱਧ ਸੀ, ਇਹ ਘਟ ਗਈਆਂ। ਇਹ ਹੋ ਗਿਆ ਡੈਂਪਡ, ਇਹ ਹੋ ਗਿਆ ਅਨਡੈਂਪਡ, ਜਿਹਦਾ ਔਸੀਲੇਸ਼ਨ ਕੀ ਹੈ ਕਾਂਸਟੈਂਟ, ਐਂਪਲੀਟਿਊਡ ਔਸੀਲੇਸ਼ਨ ਦਾ ਐਂਪਲੀਟਿਊਡ ਕੀ ਕਾਂਸਟੈਂਟ ਰਹਿੰਦਾ, ਉਹਨੂੰ ਆਪਾਂ ਕਹਿੰਦੇ ਅਨਡੈਂਪਡ। ਜਿਹੜਾ ਐਂਪਲੀਟਿਊਡ ਆਫ ਔਸੀਲੇਸ਼ਨ ਘਟਦਾ ਜਾਂਦਾ ਵਾ ਉਹਨੂੰ ਆਪਾਂ ਕਹਿੰਦੇ ਡੈਂਪਡ ਔਸੀਲੇਟਰ, ਠੀਕ ਹੈ ਜੀ। ਉਸ ਤੋਂ ਪਹਿਲਾਂ ਡੈਫੀਨੇਸ਼ਨ ਕਰ ਲਈ। ਉਸ ਤੋਂ ਬਾਅਦ ਆਪਾਂ ਇਹਨੂੰ ਬਣਾਉਣਾ ਕਿਵੇਂ ਆ, ਆਹ ਆਪਣਾ ਸਰਕਟ ਡਾਇਗਰਾਮ ਆ, ਮੇਰੇ ਬੈਕ ਸਾਈਡ 'ਤੇ ਦੇਖੋ, ਆ ਬਾਈ ਇਹਦੇ ਵਿੱਚ ਉੱਦਾਂ ਹੀ ਆਪਾਂ ਸਪਰਿੰਗ ਲੈ ਲਿਆ, ਉਹਨਾਂ ਆਪਾਂ ਮਾਸ ਅਟੈਚ ਕਰਤਾ, ਆਹ ਦੀ ਮੀਨ ਪੋਜੀਸ਼ਨ ਹੋ ਗਈ, ਆਹ ਮੀਨ ਪੋਜੀਸ਼ਨ ਹੋ ਗਈ, ਆਹ ਐਕਸਟ੍ਰੀਮ ਪੋਜੀਸ਼ਨ ਹੋ ਗਈ, ਇਹਨੂੰ ਆਪਾਂ ਖਿੱਚ ਲਿਆ, ਇੱਥੇ ਲਿਆਂਦਾ ਨਾ ਐਕਸਟ੍ਰੀਮ ਪੋਜੀਸ਼ਨ ਹੋ ਗਈ, ਇੱਦਾਂ ਹੀ ਇੱਥੋਂ ਜਾ ਕੇ ਫਿਰ ਇੱਥੇ ਐਕਸਟ੍ਰੀਮ ਪੋਜੀਸ਼ਨ 2 ਹੋ ਜੂਗੀ। ਹੁਣ ਜਦੋਂ ਆਪਾਂ ਇਹਨੂੰ ਖਿੱਚਿਆ ਤਾਂ ਇਹਦੇ ਇੱਕ ਤਾਂ ਰੀਸਟੋਰਿੰਗ ਫੋਰਸ ਲੱਗੀ, ਇਹ ਆਪਾਂ ਪਹਿਲੇ ਚੈਪਟਰ 'ਚ ਪੜ੍ਹ ਚੁੱਕੇ ਹਾਂ। ਰੀਸਟੋਰਿੰਗ ਫੋਰਸ ਹੁੰਦੀ ਹੈ ਐਫ ਈ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਮਾਈਨਸ ਆਫ ਐਕਸ। ਜਿਹੜਾ ਡਾਇਰੈਕਟਲੀ ਪ੍ਰੋਪੋਰਸ਼ਨਲ ਦਾ ਨਿਸ਼ਾਨ ਹੋਵਾਂਗੇ ਤਾਂ ਮਾਈਨਸ ਐਸ ਇੰਟੂ ਐਕਸ ਲਿਖ ਦਾਂਗੇ, ਠੀਕ ਹੈ। ਉਸ ਤੋਂ ਬਾਅਦ ਇੱਕ ਹੁੰਦੀ ਹੈ ਵਿਸਕਸ ਫੋਰਸ, ਫ੍ਰਿਕਸ਼ਨ ਫੋਰਸ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਵੀ ਇੱਧਰ ਨੂੰ ਲੱਗੂਗੀ ਉਲਟ ਡਾਇਰੈਕਸ਼ਨ 'ਚ, ਠੀਕ ਹੈ। ਆਹ ਡਿਸਟੈਂਸ ਆਪਾਂ ਮੂਵ ਕਰ ਲਿਆ। ਹੁਣ ਦੇਖੋ ਜਿਹੜੀ ਫ੍ਰਿਕਸ਼ਨਲ ਫੋਰਸ ਹੈ, ਜਿਹੜੀ ਵਿਸਕਸ ਫੋਰਸ ਕੋਈ ਵੀ ਹੈਗੀ ਹੈ, ਉਹ ਕਾਹਦੇ 'ਤੇ ਡਿਪੈਂਡ ਕਰਦੀ ਹੈ? ਵੈਲੋਸਿਟੀ 'ਤੇ। ਜਿਹੜੀ ਐਫ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਵੀ ਹੁੰਦੀ ਹੈ। ਜਿੰਨੀ ਵੈਲੋਸਿਟੀ ਜ਼ਿਆਦਾ ਹੋਊਗੀ, ਦੇਖੋ ਜਿੰਨਾ ਆਪਾਂ ਹੌਲੀ ਸਾਈਕਲ ਚਲਾਵਾਂਗੇ ਆਪਣਾ ਈਜ਼ੀਲੀ ਚੱਲੂਗਾ, ਜਿੰਨਾ ਆਪਾਂ ਸਾਈਕਲ ਤੇਜ਼ ਚਲਾਵਾਂਗੇ ਆਪਣਾ ਉਨਾ ਜ਼ੋਰ ਵੱਧ ਲੱਗੂਗਾ। ਕਿਉਂਕਿ ਆਪਣੀ ਜਿਹੜੀ ਜਿੰਨੀ ਵੈਲੋਸਿਟੀ ਵੱਧਦੀ ਜਾਂਦੀ ਹੈ ਉਨੀ ਜਿਹੜੀ ਫ੍ਰਿਕਸ਼ਨ ਫੋਰਸ ਆ ਬਾਹਰੋਂ ਏਅਰ ਦੀ ਫੋਰਸ ਆ ਉਨੀ ਲੱਗਦੀ ਹੁੰਦੀ ਹੈ। ਇਹਦਾ ਮਤਲਬ ਕੀ ਹੈ, ਜਿਹੜੀ ਫ੍ਰਿਕਸ਼ਨਲ ਫੋਰਸ ਆ ਜਾਂ ਵਿਸਕਸ ਫੋਰਸ ਆ ਏਅਰ ਕਰਕੇ ਲੱਗਦੀ ਆ, ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਵੈਲੋਸਿਟੀ। ਜਿੰਨੀ ਵੈਲੋਸਿਟੀ ਜ਼ਿਆਦਾ ਹੋਊਗੀ
ठीक है, उन्नी ही जी फोर्स है, ठीक है, विस्कस फोर्स है, ड्रैग फोर्स जी है वो ज़्यादा होगी। तो एफ ई डायरैक्ट इक्वेशन टू एफ ये वी आ गया। ਹੁਣ v ਕੀ ਹੈ डी एक्स अपॉन डी टी, क्योंकि ਆਪਾਂ ਨੂੰ ਜਦੋਂ ਜਿਹੜੀ ਵੈਲੋਸਿਟੀ ਹੁੰਦੀ ਹੈ ਉਹ ਰੇਟ ਆਫ ਚੇਂਜ ਆਫ ਡਿਸਪਲੇਸਮੈਂਟ ਵਿਦ ਰਿਸਪੈਕਟ ਟੂ ਟਾਈਮ ਹੁੰਦੀ ਹੈ। ਤਾਂ ਆਪਾਂ ਆਹ ਲਿਖਤਾ। ਹੁਣ ਨਾਲ ਇਹਦੇ ਆਪਾਂ ਕਾਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ ਦਾ ਤਾਂ ਆਰ मैंने साइन इस करके लाया क्योंकि वो डायरेक्शन है। जे मान लो पार्टिकल इधर जा रहा है तो विस्कस फोर्स इधर लगूगी, जो पार्टिकल इधर जाऊगा तो विस्कस फोर्स इधर लगूगी, दोनों ऑपोजिट डायरेक्शन होंगे। तो अपने बात चाहिए हूँ आप डिफरेंशियल इक्वेशन बनानी है भी ये डिफरेंशियल इक्वेशन की बनूगी। देखो डिफरेंशियल इक्वेशन की है अपन वही फार्मूला होंगे सी एफ इज इक्वल टू एम इंटू ए। आ भी फोर्स है, आ भी फोर्स है, एक अपने को एफ इज आप आ फोर्स ली है कितने है आ वाली एफ इज इक्वल टू एस इंटू ए। दो फोर्स इधर लग रही है, एक फोर्स उधर लग रही है। तो एफ इज इक्वल टू एम इंटू ए इज इक्वल टू कि बराबर जो मैंस आर डी एक्स अपॉन डी टी के फोर्स ए होगी, एक प्लस आ फोर्स आ होगी मैंस एस इंटू ए। इन्होंने दोनों दूसरे पासे ले जाएंगे तो अपने पास डिफरेंशियल इक्वेशन बन जाएगी। ये जी डिफरेंशियल इक्वेशन है आप कहने डिफरेंशियल इक्वेशन फॉर डैम्प्ड सिंपल हार्मोनिक मोशन। ठीक है, हम इतने देखो एक तो इतने देखो जी टर्म आ गया, तीन टर्म आ गई। एक तो अपने को डबल डेरीवेटिव हो गया, ठीक है, नहीं लोड नहीं। आज आ गई रजिस्टिव टर्म आ गई रिएक्टिव टर्म। इनू आप कहने डैंपिंग टर्म, इनू आप कहने स्टिफनेस टर्म। ये करके ऑसोलेशन होंगी ने, ये करके ऑसोलेशन घटती हैं। ठीक है, एक डैंपिंग टर्म होगी, एक स्टिफनेस टर्म होगी। ये बारे डिटेल आप अगले चैप्टर से पढ़ांगे। ठीक है, हुण आप इनू की कहता आर अपॉन एम नू अपन डैंपिंग कॉन्सटेंट नू आप 2b ले लिया, आर अपॉन एम नू 2b। इदां ही एस अपॉन एम नू अपन पता ही पहले आप लेंदे आ रहे हैं, पिछले चैप्टर भी लता से अपने एस अपॉन एम इज इक्वल टू ओमेगा स्क्वायर। ठीक है, हूँ ये दोनों वैल्यू पुट करती तो अपने को आ डिफरेंशियल इक्वेशन नवी मोडिफाई आ गई। हूँ ये सैकेंड ऑर्डर डिफरेंशियल इक्वेशन है, इसका सोल्यूशन अपन पता। ठीक है, मैथ के आप करते हैं, एक्सपोनेंशियल होंगे। ठीक है, हूँ आप सोल्यूशन कटांगे। सोल्यूशन कटनी सपोज कर लो पहले सोल्यूशन मान लिया एक्स इक्वल टू ए ई रेस पर अल्फा इंटू टी है। ये सोल्यूशन जी डिफरेंशियल इक्वेशन सैकेंड ऑर्डर आप मैथ पढ़ते हैं, सोल्यूशन क्या होंगे एक्स इक्वल टू ए ई रेस पर अल्फा इंटू टी, अल्फा एक कॉन्सटेंट ये की एंपलीट्यूड। हूँ एक गल ये है भी ये जो डिफरेंशियल इक्वेशन का सोल्यूशन है तो ये डिफरेंशियल इक्वेशन सैटिस्फाई करना चाहिए। सैटिस्फाई का मतलब की है भी जो आप एक्स की वैल्यू आ डिफरेंशियल इक्वेशन है इतने पुट करते हैं, इतने पुट करते हैं तो इधरले आ दोनों 0 बराबर होना चाहिए, तो ये डिफरेंशियल इक्वेशन का सोल्यूशन होगा। जिवें आप कोई भी एक्स वाई जेड आप इक्वेशन लें वो जो एक्स तो वाई की वैल्यू दी हुई है तो वह सोल्यूशन है, तो एक्स तो वाई की करना आप वैल्यू पुट करा जो उन्होंने सैटिस्फाई करती है बराबर आता दोनों सीटा तो वह की सोल्यूशन है। हूँ आप ये एक्स की वैल्यू पुट करनी, एक तो एक्स की वैल्यू पुट करनी, एक तो डी स्केयर एक्स अपॉन डी टी स्केयर चाहिए अपन, एक डी एक्स अपॉन डी टी चाहिए मैं, ये दोनों चीज़ा चाहिए। ठीक है, ये दोनों चीज़ा आप कट लैनिया। देखो एक्स इन डेरिवेट किया डी एक्स अपॉन डी टी ए अल्फा, अल्फा मूरे आ गया ई रेस पर अल्फा इंटू टी आ गया। इतनी डी स्केयर एक्स अपॉन डी टी स्केयर कटता डबल डेरिवेट करता है ए अल्फा का स्केयर बन जाऊगा ई रेस पर अल्फा डेरिवेट करना थोड़ा आती है। ठीक है, हूँ ये सारी वैल्यू जी ने एक्स की डी एक्स अपॉन डी टी डी स्केयर एक्स अपॉन डी टी स्केयर की वैल्यू आप डिफरेंशियल इक्वेशन पुट करते आ चीज़ बन ये चों ई रेस पर अल्फा इंटू टी कैंसल हो गया, कॉमन निकल गया, ए भी कॉमन निकल गया, तो अपने को रह गया अल्फा स्केयर 2b अल्फा प्लस ओमेगा स्केयर इक्वल टू जी। हूँ ये की है क्वाड्रेटिक इक्वेशन है। ठीक है, क्वाड्रेटिक इक्वेशन का थोड़ा पता सोल्यूशन की होंगे, की होंगे बी स्केयर माइनस बी प्लस माइनस बी स्केयर 4ac द अंडर रूट डिवाइड बाय 2 इंटू ए। यही होंगे ना अल्फा बीटा रूट सारे आप जिम्मे 10th के कर देंगे +1 से। ठीक है, उस आप क्वाड्रेटिक इक्वेशन करती माइनस बी प्लस माइनस बी स्केयर प्लस माइनस 4ac का अंडर रूट डिवाइड बाय 2 इंटू ए। तो आप वैल्यू पुट करती अल्फा माइनस बी कितना है 2b। ठीक है, डिवाइड बाय प्लस माइनस बी का स्केयर यदा 4b का स्केयर 4b स्केयर आ गया माइनस 4ac 4a1 c ओमेगा स्केयर 4 ओमेगा स्केयर का अंडर रूट डिवाइड बाय 2 इंटू ए कितना 1। तो इन्हें 2 ना 2 कॉमन निकल के बाहर कैंसल हो गया, तो अपने को आ गया माइनस बी प्लस माइनस बी स्केयर अपॉन 4ac। हूँ ये बी की वैल्यू पुट कर दो, बी की वैल्यू अपन पता आर अपॉन 2 जी बस शुरू लिखी थी प्लस माइनस आर स्केयर 2 ओमेगा की वैल्यू पुट कर एस अपॉन एम का अंडर। हूँ ये देखो ये दो क्वाड्रेटिक इक्वेशन से 2 रूट्स होंगे, 2 सोल्यूशन होंगे, एक अल्फा 1 ले लो प्लस वाला, एक अल्फा 2 ले लो माइनस वाला। हूँ इस तरह फिर यह मतलब यदा भी सोल्यूशन जोड़े ने 2 होंगे, एक आप एक्स a1 लिख लेंगे, एक a2 लिख लेंगे। आप लिख देंगे एक्स a1 इंटू अल्फा 1 इंटू टी एक्स प्लस a2 इंटू अल्फा 2 इंटू टी।
ਅਲਫਾ 1 ਦੀ ਵੈਲਿਊ ਆ ਪੁੱਟ ਕਰ ਦਿਓ, ਅਲਫਾ 2 ਦੀ ਵੈਲਿਊ ਇਹ ਪੁੱਟ ਕਰ ਦਿਓ। ਇਹ ਹੁਣ ਆਪਣੇ ਕੋਲ ਸੋਲੂਸ਼ਨ ਆ ਗਿਆ। ਠੀਕ ਹੈ, ਇਸੇ ਤਰ੍ਹਾਂ ਆਪਾਂ ਇਲੈਕਟ੍ਰੀਕਲ ਦਾ ਵੀ ਕੱਢਣਾ। ਇਹ ਆਪਾਂ ਮਕੈਨੀਕਲ ਦਾ ਕੱਢਿਆ, ਆਪਾਂ ਇਲੈਕਟ੍ਰੀਕਲ ਦਾ ਵੀ ਇਸੇ ਤਰ੍ਹਾਂ ਕੱਢਣਾ। ਹੁਣ ਟਾਈਪਸ ਆਫ ਡੈਂਪਿੰਗ ਦੇਖੋ, ਹੁਣ ਮੈਂ ਪਹਿਲਾਂ ਚੈਪਟਰ ਦੇ ਵਿੱਚ ਦੱਸਿਆ ਸੀਗਾ 3 ਤਰ੍ਹਾਂ ਦੀ ਡੈਂਪਿੰਗ ਹੁੰਦੀ ਹੈ। ਇੱਕ ਹੁੰਦੀ ਹੈ ਲਾਈਟਲੀ ਡੈਂਪਡ, ਇੱਕ ਹੁੰਦਾ ਕ੍ਰਿਟੀਕਲ ਡੈਂਪਿੰਗ, ਇੱਕ ਹੁੰਦੀ ਹੈ ਹੈਵੀ ਡੈਂਪਡ। ਜਿਹੜਾ ਹੈਵੀ ਡੈਂਪਡ ਆ ਉਹਦੇ ਵਿੱਚ ਕੀ ਹੋਊਗਾ, ਜਿਹੜੀ ਰੈਜ਼ਿਸਟੈਂਸ ਟਰਮ ਆ, ਜਿਹੜੀ ਰੈਜ਼ਿਸਟਿਵ ਟਰਮ ਆ, ਜਿਹੜੀ ਰੋਕਦੀ ਆ, ਉਹ ਜ਼ਿਆਦਾ ਹੋਊਗੀ ਸਟਿਫਨੈਸ ਟਰਮ ਨਾਲ। ਠੀਕ ਹੈ, ਇਹਦਾ ਮਤਲਬ ਹੈਵੀ ਡੈਂਪਡ ਆ ਪਹਿਲਾ ਕੇਸ ਹੈਵੀ ਡੈਂਪਡ। ਇਹ ਆਰ ਸਕੇਅਰ ਅਪੋਨ ਆਰ ਰੁਕੋ ਰੈਜ਼ਿਸਟਿਵ ਟਰਮ ਆ, ਕਿਉਂਕਿ ਜਿਹਦੇ 'ਚ ਆਰ ਆਉਂਦਾ ਰੈਜ਼ਿਸਟਿਵ ਆਰ ਹੈ ਨਾ, ਉਹ ਰੈਜ਼ਿਸਟਿਵ ਟਰਮ ਸੀ। ਜਿਹੜੀ ਐਸ ਆ ਇਹਦੇ ਕਰਕੇ ਸਟਿਫਨੈਸ ਆ, ਸਪਰਿੰਗ ਕਾਂਸਟੈਂਟ ਆ, ਇਹਦੇ ਕਰਕੇ ਤਾਂ ਆਸੋਲੇਸ਼ਨ ਹੋ ਰਹੀਆਂ ਨੇ। ਹੁਣ ਦੇਖੋ ਜਿਹਦੇ ਕਰਕੇ ਆਸੋਲੇਸ਼ਨ ਘਟ ਰਹੀ ਹੈ ਉਹ ਵੱਧ ਆ, ਜਿਹਦੇ ਕਰਕੇ ਆਸੋਲੇਸ਼ਨ ਹੋ ਰਹੀਆਂ ਸੀ ਉਹ ਘੱਟ ਆ। ਇਹਦਾ ਮਤਲਬ ਇਹ ਕੀ ਹੋਊਗੀ, ਜ਼ਿਆਦਾ ਡੈਂਪਿੰਗ ਹੋਊਗੀ, ਜ਼ਿਆਦਾ ਐਂਪਲੀਟਿਊਡ ਜਲਦੀ ਘਟੂਗਾ। ਤਾਂ ਇਹਦੇ 'ਚ ਆਪਾਂ ਵੈਲਿਊ ਗ੍ਰੇਟਰ ਦੈਨ ਵਾਲੀ। ਤਾਂ ਹੁਣ ਇਹ ਵੈਲਿਊ ਆਪਾਂ ਦੇਖੋ ਕਿਵੇਂ ਕਰਾਂਗੇ। ਸਪੋਜ਼ ਕਰ ਲਓ ਕਹਿੰਦਾ ਆਰ ਅਪਨ 2m ਇੰਟੂ ਪੀ, ਇਹਨੂੰ ਪੀ ਡਿਨੋਟ ਕਰ ਲਿਆ, ਇਹਨੂੰ ਆਪਾਂ ਨੇ ਕਿਊ ਡਿਨੋਟ ਕਰ ਲਿਆ। ਤਾਂ ਇਹ ਵੈਲਿਊ ਆਪਣੇ ਕੋਲ ਆਹ ਜਿਹੜੀ ਚੀਜ਼ ਵੈਲਿਊ ਉੱਪਰ ਆਪਾਂ ਲਿਖੀ ਸੀ ਆਹ ਵਾਲੀ, ਜਦੋਂ ਆਪਾਂ ਆਰ ਅਪਨ 2m ਨੂੰ ਪੀ ਪੁੱਟ ਕਰਾਂਗੇ ਅਤੇ ਐਸ ਅਪਨ ਐਮ ਨੂੰ ਕਿਊ ਪੁੱਟ ਕਰਾਂਗੇ, ਇਹਨੂੰ ਆਹ ਸਾਰੀ ਨੂੰ। ਠੀਕ ਹੈ, ਤਾਂ ਆਪਣੇ ਕੋਲ ਆਹ ਇਕੁਏਸ਼ਨ ਬਣ ਗਈ ਨਵੀਂ, x is equal to a1 e raised power minus p plus q into t, a2 equal to minus p minus q into t। ਇਹਦੇ ਵਿੱਚ e raised power minus p into t ਬਾਹਰ ਕੱਢ ਲਿਆ ਆਪਣੇ, ਵਿੱਚ ਜਿਹੜਾ a1 e raised power q t, a2 ਹੁਣ ਇਹਦਾ ਫਾਰਮੂਲਾ ਤਾਂ ਆਪਣੇ, ਇਹਦਾ ਫਾਰਮੂਲਾ ਹੁੰਦਾ cos e raised power q t cos of q t sin of q t sin। ਠੀਕ ਹੈ, ਇਹਦੀ e raised power q t ਮਤਲਬ ਕਿ cos of q t minus q sin of t। ਇਹ ਵੈਲਿਊ ਆਪਾਂ ਦੋਨੇ 'ਚ ਪੁੱਟ ਕਰਦੇ ਹਾਂ। ਜਦੋਂ ਦੋਨੇ ਵੈਲਿਊ ਪੁੱਟ ਕੀਤੀਆਂ ਤਾਂ ਆਪਣੇ ਕੋਲ ਆਹ ਚੀਜ਼ ਬਣ ਗਈ। ਠੀਕ ਹੈ, ਇਹਦੇ 'ਚੋਂ cos ਵਾਲੇ ਅਲੱਗ ਕੱਢ ਲਏ, a1 plus a2 cos of q t ਆ ਗਿਆ, a1 minus a2 sin of q t ਆ ਗਿਆ, a1 plus a2 ਨੂੰ c ਲਿਖਤਾ, a1 minus a2 ਨੂੰ t ਲਿਖਤਾ। ਹੁਣ ਆਪਾਂ ਇਹ 'ਚ q ਤੇ ਆਪਣੀ q ਦੀ ਵੈਲਿਊ ਪੁੱਟ ਕਰ ਦਿੰਦੇ, q ਦੀ ਵੈਲਿਊ ਉੱਤੇ p ਦੀ ਵੈਲਿਊ ਪੁੱਟ ਕਰ ਦਿੰਦੇ। ਠੀਕ ਹੈ, ਜਿਹੜੀ ਆਪਾਂ ਪਹਿਲਾਂ ਡਿਨੋਟ ਕੀਤੀ ਸੀ ਨਾ ਉਹੀ ਵੈਲਿਊ ਆਪਾਂ ਇੱਥੇ ਪੁੱਟ ਕਰ ਦਿੰਦੇ, ਆਹ ਵੈਲਿਊ ਪੁੱਟ, ਇਹ ਆਪਣੇ ਕੋਲ ਸੋਲੂਸ਼ਨ ਆ ਗਿਆ। ਠੀਕ ਹੈ ਜੀ, ਹੁਣ ਇਹਦੇ ਵਿੱਚ ਇੱਕ ਗੱਲ ਧਿਆਨ ਰੱਖੋ, ਇੱਕ ਤਾਂ ਇਹਦਾ ਜਿਹੜਾ ਐਂਪਲੀਟਿਊਡ ਆ ਘਟ ਰਿਹਾ ਐਕਸਪੋਨੈਂਸ਼ੀਅਲੀ, ਨੀਚੇ ਨੂੰ ਡਿਕਰੀਜ਼ ਕਰ ਰਿਹਾ, ਪਰ ਇਹ ਸਿੰਪਲ ਹਾਰਮੋਨਿਕ ਮੋਸ਼ਨ ਨਹੀਂ ਹੋਊਗਾ। ਕਿਉਂ ਨਹੀਂ ਹੋਊਗਾ, ਕਿਉਂਕਿ ਜਿਹੜਾ ਇਹਦਾ ਸੋਲੂਸ਼ਨ ਆਇਆ ਨਾ, ਆ ਦੇਖੋ ਇਹ ਸਿੰਪਲ ਹਾਰਮੋਨਿਕ ਮੋਸ਼ਨ ਨਹੀਂ ਹੈਗਾ। ਜਦੋਂ ਹੈਵੀ ਡੈਂਪਿੰਗ ਹੋਊਗੀ, ਜਦੋਂ ਡੈਂਪਿੰਗ ਹੈਵਲੀ ਹੋਊਗੀ, ਜ਼ਿਆਦਾ ਡੈਂਪਿੰਗ ਹੋਊਗੀ, ਤਾਂ ਜਿਹੜਾ ਮੋਸ਼ਨ ਹੋਊਗਾ ਉਹ ਸਿੰਪਲ ਹਾਰਮੋਨਿਕ ਮੋਸ਼ਨ ਕਿਉਂ ਨਹੀਂ ਹੋਊਗਾ। ਕਿਉਂ, ਕਿਉਂਕਿ ਇਹਦਾ ਸੋਲੂਸ਼ਨ ਆਇਆ cos ਥੀਟਾ sin ਥੀਟਾ ਦੇ ਵਿੱਚ ਨਹੀਂ ਆਇਆ, cos sin ਥੀਟਾ ਦੇ ਵਿੱਚ ਆਇਆ। ਇਹ ਜਿਹੜੇ ਨੋਨ ਹਾਰਮੋਨਿਕ ਫੰਕਸ਼ਨ ਨੇ ਜਿੰਨਾ ਐਚ ਲੱਗ ਜਾਂਦਾ, cos sin, ਇਹ ਜੇ ਨੋਨ ਹਾਰਮੋਨਿਕ, ਇਹਦਾ ਮਤਲਬ ਇਹਦਾ ਹਾਰਮੋਨਿਕ ਸੋਲੂਸ਼ਨ ਨਹੀਂ ਹੈਗਾ, ਇਹ ਹਾਰਮੋਨਿਕ ਫੰਕਸ਼ਨ ਨਹੀਂ ਹੈਗਾ। ਠੀਕ ਹੈ, ਉਸ ਤੋਂ ਬਾਅਦ ਅੱਗੇ ਚੱਲਦੇ ਹਾਂ। ਸੈਕਿੰਡ ਕੇਸ ਕੀ ਹੈ, ਜਦੋਂ ਕ੍ਰਿਟੀਕਲ ਡੈਂਪਿੰਗ ਹੈ, ਮਤਲਬ ਦੋਨੇ ਟਰਮਾਂ, ਜਿਹੜੀ ਡੈਂਪਿੰਗ ਟਰਮ ਹੈ। ਹੁਣ ਦੇਖੋ ਇੱਕ ਗੱਲ ਧਿਆਨ ਰੱਖ ਲਿਓ ਵੀ ਡੈਂਪਿੰਗ ਟਰਮ ਅਤੇ ਸਟਿਫਨੈਸ ਟਰਮ ਤੁਹਾਨੂੰ ਪਤਾ ਲੱਗ ਗਿਆ ਕੀ ਫਰਕ ਹੈ। ਡੈਂਪਿੰਗ ਟਰਮ ਅਤੇ ਸਟਿਫਨੈਸ ਟਰਮ ਜੇ ਤੁਹਾਨੂੰ ਪਤਾ ਲੱਗ ਗਿਆ ਤਾਂ ਤੁਹਾਨੂੰ ਅੱਗੇ ਸਮਝ ਲੱਗਣਾ ਕੀ ਚੀਜ਼ ਹੈ। ਡੈਂਪਿੰਗ ਟਰਮ ਉਹ ਆ, ਇਹ 'ਚ ਆਰ ਲੱਗਿਆ ਹੈ ਨਾ, ਇਹ ਡੈਂਪਿੰਗ ਟਰਮ ਹੈ। ਜਦੋਂ ਆਪਾਂ ਸ਼ੁਰੂ ਦੇ ਵਿੱਚ ਲਿਖੇ ਆਰ ਅਪੋਨ 2m ਇਜ਼ ਇਕੁਅਲ ਟੂ b। ਠੀਕ ਹੈ, ਡੈਂਪਿੰਗ ਟਰਮ ਦਾ ਜਿਹਦੇ ਕਰਕੇ ਡੈਂਪਿੰਗ ਹੋ ਰਹੀ ਹੈ, ਉਹਦੀਆਂ ਜਿਹੜੀਆਂ ਆਸੋਲੇਸ਼ਨਾਂ ਘਟ ਰਹੀਆਂ ਨੇ। ਐਸ ਅਪੋਨ ਐਮ ਕੀ ਹੈ, ਸਟਿਫਨੈਸ ਟਰਮ। ਐਸ ਕੀ ਸਪਰਿੰਗ ਕਾਂਸਟੈਂਟਸ, ਆਪਾਂ ਪਹਿਲੇ ਚੈਪਟਰ ਦੇ ਵਿੱਚ ਪੜ੍ਹਿਆ ਸੀ ਵੀ ਐਸ ਸਪਰਿੰਗ ਕਰਕੇ ਹੀ ਹੁੰਦੀ ਹੈ ਆਪਣੀ ਜਿਹੜੀ ਸਟਾਰਟ ਹੁੰਦੀ ਆ ਆਸੋਲੇਸ਼ਨ, ਜਿਹੜੀ ਹੁੰਦੀਆਂ ਨੇ ਰਿਸਟੋਰਿੰਗ ਫੋਰਸ ਲੱਗਦੀ ਹੈ। ਠੀਕ ਹੈ, ਇਹਦਾ ਮਤਲਬ ਇਹਦੇ ਕਰਕੇ ਆਸੋਲੇਸ਼ਨ ਹੋ ਰਹੀਆਂ ਨੇ, ਉਹਦੇ ਕਰਕੇ ਕੱਟ ਰਹੀਆਂ ਨੇ। ਇਹ ਦੋਨੇ ਹੁਣ ਜਦੋਂ ਬਰਾਬਰ ਨੇ ਫਿਰ ਕੀ ਹੋਊਗਾ, ਜਿਹਨੂੰ ਆਪਾਂ ਕਹਿੰਦੇ ਕ੍ਰਿਟੀਕਲ ਡੈਂਪਿੰਗ। ਜਦੋਂ ਆਪਾਂ ਬਰਾਬਰ ਲਿਖਾਂਗੇ ਤਾਂ ਆਪਣੇ ਕੋਲ ਜਿਹੜੀ ਕਿਊ ਦੀ ਵੈਲਿਊ 0 ਆ ਜੂਗੀ। ਦੇਖੋ ਕਿੱਥੋਂ ਕਿਊ ਦੀ ਵੈਲਿਊ 0 ਆ ਗਈ, ਕਿਉਂਕਿ ਕਿਊ ਦੀ ਵੈਲਿਊ ਆਪਾਂ ਪੁੱਟ ਕੀਤੀ। ਆਹ ਦੇਖੋ ਮੈਂ ਆਹ ਬੈਕ ਚੱਲਦੇ ਹਾਂ, ਆਹ ਕਿਊ ਦੀ ਵੈਲਿਊ, ਆਹ ਹੁਣ ਦੋਨੇ ਚੀਜ਼ਾਂ ਬਰਾਬਰ ਆਈਆਂ, ਤਾਂ ਕਿਊ ਦੀ ਵੈਲਿਊ ਕਿੰਨੀ ਆ ਗਈ 0, ਪੀ ਦੀ ਵੈਲਿਊ ਆਈ ਆ ਗਈ। ਤਾਂ ਆਪਾਂ ਹੁਣ ਇਹ ਵੈਲਿਊ ਪੁੱਟ ਕਰ ਦੋ, ਕਿੱਥੇ ਪੁੱਟ ਕੀਤੀ ਹੈ, ਆਹ ਚੀਜ਼, ਇਹ ਆਹ ਚੀਜ਼, ਇੱਥੇ ਕਿਊ ਦੀ ਵੈਲਿਊ 0 ਆ ਗਈ। ਠੀਕ ਹੈ, ਦੇਖ ਰਹੇ ਨਾ, ਇੱਥੇ ਕਿਊ ਦੀ ਵੈਲਿਊ 0, ਇੱਥੇ 0, ਆਹ 0 ਆ ਗਿਆ, 0 ਆ ਗਿਆ, ਤਾਂ ਆਪਣੇ ਕੋਲ ਆਈ ਟੀ ਰਹੇਗੀ। ਠੀਕ ਹੈ, ਤਾਂ ਦੇਖੋ ਆਹ ਜੀ ਬਣ ਗਈ ਦਿਸ ਵਨ। ਠੀਕ ਹੈ, a1 a2 e raised power t, ਇਹਨੂੰ ਆਪਾਂ a1 a2 c ਰੱਖਤਾ। ਠੀਕ ਹੈ, ਹੁਣ ਗੱਲ ਹੈ ਵੀ ਲਿਮਟਿੰਗ ਕੇਸ ਦੇ ਵਿੱਚ ਹੈਵੀ ਡੈਂਪਡ ਮੋਸ਼ਨ ਕੈਨ ਨਾਟ ਬੀ ਐਕਸੈਪਟਡ ਵੈਲਿਡ ਸੋਲੂਸ਼ਨ। ਇਹਦੇ 'ਚ ਇਹ ਸੋਲੂਸ਼ਨ ਕਿਸੇ ਦੇ ਵਿੱਚ ਹੋਊਗਾ, ਕਿਉਂਕਿ ਜੇ ਦੋਨੇ ਟਰਮਾਂ ਬਰਾਬਰ ਹੋ ਗਈਆਂ ਤਾਂ ਉਹਦਾ ਕੋਈ ਮਾਇਨੇ ਨਹੀਂ ਰੱਖਦਾ। ਇਹਦਾ ਮਤਲਬ ਕਿ ਆਪਾਂ ਸਪੋਜ਼ ਕਰ ਲੈਣਾ ਵੀ ਇਹ ਸਲਾਈਟਲੀ ਗ੍ਰੇਟਰ ਦੈਨ। ਠੀਕ ਹੈ, ਜਿਹੜੀ ਡੈਂਪਿੰਗ ਟਰਮ ਆ ਉਹ ਸਲਾਈਟਲੀ ਗ੍ਰੇਟਰ ਦੈਨ, ਬਰਾਬਰ ਨਹੀਂ ਰੱਖ ਸਕਦੀ, ਕਿਉਂਕਿ ਬਰਾਬਰ ਹੋ ਨਹੀਂ ਸਕਦੀਆਂ ਕਿਸੇ ਮੋਸਟ ਜ਼ਿਆਦਾ ਘੱਟ ਬਹੁਤ ਜ਼ਿਆਦਾ, ਜਾਣੀ ਕਿ ਲੀਸਟ ਚਾਂਸ ਨੇ ਵੀ ਇਹ ਬਰਾਬਰ ਹੋਣਗੀਆਂ। ਤਾਂ ਆਪਾਂ ਕੀ ਕਰਨਾ, ਇਹ ਸੋਲੂਸ਼ਨ ਨਹੀਂ ਬਣ ਸਕਦਾ, ਇਸ ਕਰਕੇ ਆਪਾਂ ਕੀ ਇਹਨੂੰ ਸਲਾਈਟਲੀ ਗ੍ਰੇਟਰ ਦੈਨ ਰੱਖਿਆ, ਥੋੜ੍ਹਾ ਜਿਹਾ ਜ਼ਿਆਦਾ ਵਾ, ਥੋੜ੍ਹੀ ਜਿਹੀ ਜ਼ਿਆਦਾ ਮੋਡੀ ਜਾਂ ਸਲਾਈਟਲੀ ਗ੍ਰੇਟਰ ਦੈਨ ਐਸ1।
ਠੀਕ ਹੈ। ਤਾਂ ਆਪਾਂ ਇਹਨੂੰ ਸਪੋਜ਼ ਕਰ ਲਿਆ ਕਿਊ ਇਜ਼ ਇਕੁਅਲ ਟੂ ਆਰ ਅਪੋਨ 4m ਦਾ ਸਕੁਅਰ ਸੀਗਾ, ਐਸ ਅਪੋਨ m ਦਾ ਅੰਡਰ ਰੂਟ ਸੀ, ਇਹ 0 ਹੁੰਦਾ ਸੀ, ਇਹਨੂੰ ਆਪਾਂ ਸਪੋਜ਼ ਕਰ ਲਿਆ ਡੈਲਟਾ। ਡੈਲਟਾ ਕੀ ਸਮਾਲ ਚੇਂਜ, ਵੀ ਥੋੜਾ ਜਿਹਾ ਫਰਕ ਹੈ। ਠੀਕ ਹੈ, ਤਾਂ ਆਪਾਂ ਇਹ ਵੈਲਿਊ ਉੱਪਰ ਪੁੱਟ ਕਰਤੀ ਤੇ ਈਰਸ ਪਰ ਜੇ ਡੈਲਟਾ ਟੀ ਆ ਗਿਆ। ਹੁਣ ਜਦੋਂ ਈਰਸ ਪਰ ਡੈਲਟਾ ਟੀ ਹੈ ਇਹਨੂੰ ਆਪਾਂ ਸੋਲੂਸ਼ਨ ਕਰਾਂਗੇ ਬਾਇਨੋਮੀਅਲ ਐਕਸਪ੍ਰੈਸ਼ਨ ਲਾ ਕੇ 1 ਪਲਸ ਡੈਲਟਾ ਟੀ ਦਾ ਸਕੁਅਰ ਡਿਵਾਈਡ ਬਾਈ 2 ਅੰਡਰ 2 ਫੈਕਟੋਰੀਅਲ ਡੈਲਟਾ 3 ਦਾ ਕਿਊਬ ਬਾਈ 3 ਫੈਕਟੋਰੀਅਲ। ਇੱਦਾਂ E2 ਦੇ ਨਾਲ ਸੋਲਵ ਕਰ ਦਾਂਗੇ। ਇਹਦੇ ਵਿੱਚ ਮਾਈਨਸ ਆ ਜਾਊਗਾ, ਮਾਈਨਸ ਇੱਥੇ ਪਲੱਸ ਫੇਰ ਮਾਈਨਸ ਪਲੱਸ। ਠੀਕ ਹੈ, ਹੁਣ ਜਦੋਂ ਆਪਾਂ ਹਾਇਰ ਟਰਮ ਨੈਗਲੈਕਟ ਕਰਤੀਆਂ ਤਾਂ ਪਹਿਲੀ ਦੋ ਟਰਮ ਹੀ ਰੱਖ ਲੈਣੀਆਂ, ਇੱਕ ਆਹ ਵਾਲੀ ਤੇ ਆਹ ਵਾਲੀ। ਠੀਕ ਹੈ, ਬਾਕੀ ਸਾਰੀਆਂ ਟਰਮਾਂ ਕੀ ਨੈਗਲੈਕਟ ਕਰ ਦੇਣੀਆਂ। ਤਾਂ ਆਪਣੇ ਕੋਲ ਆ ਗਿਆ ਐਕਸਪੋਨੈਂਸ਼ੀਅਲ a1 plus a2 plus a1 minus a2 ਡੈਲਟਾ ਇੰਟੂ ਟੀ ਹੈ। ਠੀਕ ਹੈ, ਹੁਣ a1 a2 ਨੂੰ ਡੈਸ਼ ਲਿਖ ਦੋ, a1 minus a2 ਨੂੰ b ਡੈਸ਼ ਲਿਖੋ। ਠੀਕ ਹੈ, ਇਹ ਆਪਣਾ ਸੋਲੂਸ਼ਨ ਆ ਜਾਏਗਾ। ਹਾਂ, ठीक है, e रेस पर माइनस p इंटू टी a1 डैश प्लस b1 डैश इंटू टी। ठीक है, a1 a2 अपन नाल टी लिखता नाल e रेस पर r अपन 2m। ठीक है, हम ये एक्सपोनेंशियल डिक्रीज कर रहे हैं पर एकदम डिक्रीज नहीं कर रहा क्योंकि इन्ना स्मॉल चीज़ थोड़ी चीज़ मल्टीप्लाई हुई है तो एम्पलीट्यूड हौली हौली डिक्रीज करे। ठीक है, इन्हों आप कहते हैं क्रिटिकल टेम्परेचर। ठीक है, उस पर क्या आ गया लाइटरी टेम्प। हम लाइटरी टेम्प कदों होगी जो डैंपिंग टर्म बहुत घट हो, स्टिफनेस टर्म वध हो, मतलब जी रजिस्टिव फोर्स लग रही है बहुत ज़्यादा घट हो, तो एम्पलीट्यूड की हौली हौली पहले ऑसिलेट करूगा, घंटा 2 घंटे करिए, हौली हौली अपन पता नहीं लगना भी कदों घटूगा, आप कहेंगे हौली हौली कल तक खड़ जूगा हौली हौली। ठीक है, यह मतलब जी डैंपिंग टर्म घट है, स्टिफनेस टर्म ज़्यादा। हम इस आप की करा जो आप क्यू लिखा सी क्यू से आर स्किन 4m का स्केयर मैंस एस/m का अंडर। ये हम जी बड़ी टर्म है एस/m है, मतलब एस/m अपन घटाना पैना, एस आप मैंस कॉमन कर लें S/m मैंस हाफ स्केयर अपॉन 4m का स्केयर का अंडर रूट। हम मैंस का बनता जो अंडर रूट आप कढ़ते हैं कि बनता एवटा, तो आप एवटा बाहर आ गया, मैंस बनता जो बाहर कढ़ांगे अंडर रूट, मैंस बनता अंडर रूट आ गया ना, तो वो एवटा आ गया S/m आर का स्केयर अपॉन 4m का स्केयर का अंडर रूट। इनू आप नाम देता नवा डैश, नवी फ्रिक्वेंसी है जिन्होंने आप नाम दिता ओमेगा डैश। ठीक है जी, हम आप चीज़ अगे सॉल्व करके देखो। ਹੁਣ x ਇਕੁਅਲ ਉਹੀ ਫਿਰ ਆਪਾਂ ਉੱਥੇ ਵੈਲਿਊ ਪੁੱਟ ਕਰ ਦੇਣੀ ਹੈ, x ਇਕੁਅਲ a1 e रेस पर p प्लस ਈਓਟਾ q ਦੀ ਜਗ੍ਹਾ ਵੈਲਿਊ ਪੁੱਟ ਕਰਤੀ ਕਿੰਨੀ ओमेगा डैश इंटू ਇਹਦੀ a2 e रेस पर माइनस p माइनस ਈਓਟਾ ओमेगा डैश इंटू t। ਇਹਦੇ ਚੋਂ ਆਪ e रेस पर pt ਬਾਹਰ ਕੱਢ ਲਿਆ। ਠੀਕ ਹੈ, ਵਿੱਚ ਕੀ ਲੱਗਿਆ ਦੱਸੋ। ਹੁਣ ਇਹ e रेस पर ਈਓਟਾ ਥੀਟਾ, ਤਾਂ ਈਓਟਾ ਥੀਟਾ ਦਾ ਫਾਰਮੂਲਾ ਕੀ ਹੁੰਦਾ ਵਾ cos थीटा प्लस ਈਓਟਾ sin थीटा। ਤਾਂ ਇਹਦਾ ਵੈਲਿਊ ਪੁੱਟ ਕਰਤੀ cos ऑफ ओमेगा डैश इंटू t प्लस ਈਓਟਾ sin ऑफ ओमेगा डैश इंटू t। ਇਹਦੀ ਵੈਲਿਊ ਪੁੱਟ ਕਰਤੀ cos ओमेगा t माइनस ਈਓਟਾ sin ओमेगा t। ये जो a1 a2 अलग करते हैं, cos ओमेगा टी टर्म अलग करती हैं, sin ओमेगा टी डैश टी करना टर्म अलग करती हैं। हूँ आप a1 a2 की वैल्यू कटनी। ठीक है, तो फाई की वैल्यू कटनी, तो a1 प्लस a2 a0 cos फाई लिख दो, सपोज पुट कर लो, तो माइनस a1 प्लस a2। ठीक है, उन्होंने आप a0 sin फाई पुट करेंगे, ये वैल्यू जो पाई पुट करा। ठीक है, तो अपने को आ जाऊगा दिस वन। उन्हें की बन गया cos ऑफ a cos ऑफ b साइन ऑफ ए दैट इज कॉज ऑफ ए माइनस बी। हम आ सोल्यूशन आ गया। देखो हम ये सोल्यूशन देखो, ये जो सोल्यूशन आया कि टर्म च आया कॉस ओमेगा टी टर्म, जो साइन ओमेगा भी टी होंगे तो भी कॉस देखो सेम चीज़ आ गई। आ तो मूरे एम्पलीट्यूड हो गया, आप ही लिख दें आप जो सोल्यूशन हारमोनिक मोशन का सोल्यूशन लिखते थे वो लिखते एक्स इक्वल टू a0 कॉस ओमेगा टी माइनस फाइव है ना। हम आ की है a0 टोटल, चलो ए ला लो ए cos ओमेगा टी, ये मतलब ये सोल्यूशन जो आया वो कि आया cos थीटा sin थीटा। cos थीटा sin थीटा कि हारमोनिक, ये मतलब जो ये सोल्यूशन होगा जो लाइटली डैम्पिंग होगी तो उन्होंने आप हारमोनिक सोल्यूशन कह सकते हैं। ठीक है जी, हम आप पी की वैल्यू पुट करती आर पॉइंट टू दैम तो ओमेगा डैश की वैल्यू पुट कर दी, आ सोल्यूशन आ जाए कंप्लीट। ठीक है, उस बार आप हम a0 की वैल्यू कटनी, a0 की वैल्यू कटन आप इन्होंने दोनों जी चीज़ें ने इन्होंने स्केयरिंग कर दो ऐड कर a0 स्केयर cos स्केयर थीटा a0 स्केयर sin स्केयर 5। ठीक है, a1 प्लस a2 प्लस ईओटा दिस वन। ठीक है, इन्होंने आप जो स्केयरिंग करके ऐड करेंगे तो अपने a0 की वैल्यू आ जाएगी 2a1 a2 का अंडर रूट। ठीक है, उस तो बाद इन्होंने दोनों डिवाइड कर दो, फाइव कटने इन्होंने दोनों आ जी दोनों टर्म इन्होंने डिवाइड कर दो, sin थीटा डिवाइड बाय cos थीटा, तो अपने को वैल्यू है tan ऑफ थीटा। तो आप फाइव की वैल्यू आ जाएगी tan ऑफ फाइव इक्वल टू आयोटा a1 माइनस a2 डिवाइड बाय a1 प्लस। ठीक है, उस वाली फ्रिक्वेंसी जी नवी आऊगी फ्रिक्वेंसी कि ओमेगा डैश पॉइंट 2 पाई अपना होंगे, ओमेगा डैश की वैल्यू पुट कर दो नवी फ्रिक्वेंसी आई। हम जो कहना डैंपिंग टर्म ना हो
ਆਹ ਵਾਲੀ ਟਰਮ, ਤਾਂ ਇਹਦੀ ਆਪਾਂ ਵੈਲਿਊ 0 ਪੁੱਟ ਕਰ ਦੂ ਤਾਂ ਇਸ ਕੋਲ ਇਹ ਪਹਿਲਾਂ ਵਾਲੀ ਫ੍ਰੀਕੁਐਂਸੀ ਆ ਗਈ। ਠੀਕ ਹੈ, ਉਸ ਤੋਂ ਬਾਅਦ ਇਹਦੀ ਜਿਹੜੀ એનર્ਜੀ ਹੈ ਆਕਸੀਲੇਸ਼ਨ ਦੀ ਜਿਹੜੀ એનર્ਜੀ ਹੈ ਉਹ ਐਂਪਲੀਟਿਊਡ ਦਾ ਸਕੇਅਰ ਦੇ ਬਰਾਬਰ ਹੁੰਦੀ ਹੈ। ਹਮੇਸ਼ਾ એનર્ਜੀ ਜਿਹੜੀ ਹੁੰਦੀ ਹੈ ਉਹ ਐਂਪਲੀਟਿਊਡ ਦਾ ਸਕੇਅਰ ਦੇ ਬਰਾਬਰ ਹੁੰਦੀ ਹੈ, ਡਾਇਰੈਕਟ ਇਕੁਏਸ਼ਨ ਤੋਂ। ਠੀਕ ਹੈ, ਤਾਂ એનર્ਜੀ ਇਜ਼ ਇਕੁਅਲ ਟੂ ਕੇ ਇੰਟੂ ਕੇ ਕਾਂਸਟੈਂਟ ਪ੍ਰੋਪੋਰਸ਼ਨ ਏ ਸਕੇਅਰ ਦਾ ਬਣ ਗਿਆ। ਏ ਦੀ ਵੈਲਿਊ ਆਪਾਂ ਕੱਢੀ ਹੈ, ਏ ਇਜ਼ ਇਕੁਅਲ ਟੂ ਦੱਸਿਆ ਨਾ ਹੁਣੇ ਏ ਨੋਟ ਈ ਰੇਸ ਪਾਵਰ ਆਰ ਅਪੋਨ 2m। ਆ ਪਹਿਲਾ ਐਂਪਲੀਟਿਊਡ ਹੈ ਜਿਹੜਾ ਮੂਹਰੇ ਲੱਗਿਆ ਇੱਕ ਮਿੰਟ ਆ ਗਿਆ ਹੁਣ। ਆ ਦੇਖੋ ਆਹ ਜਿਹੜਾ ਮੂਹਰੇ ਸਾਰੀ ਚੀਜ਼ ਹੈ, ਆਹ ਵਾਲੀ ਚੀਜ਼ ਹੈ, ਇਹ ਕੀ ਹੈ ਐਂਪਲੀਟਿਊਡ। ਹੁਣੇ ਤੁਹਾਨੂੰ ਦੱਸ ਕੇ ਹਟਿਆ ਸੀ ਇਹ ਮੂਹਰੇ ਕੀ ਹੁੰਦਾ ਐਂਪਲੀਟਿਊਡ। ਇਹ ਐਂਪਲੀਟਿਊਡ ਕਿੰਨਾ ਏ ਨੋਟ ਈ ਰੇਸ ਪਾਵਰ ਆਰ ਅਪੋਨ 2m ਇੰਟੂ ਟੀ। ठीक है, तो ए नोट की वैल्यू पुट करती, ए नहीं वैल्यू पुट करती तो अपना आ गया। जो आप स्केयर करेंगे तो 2 ਨਾਲ 2 कट्टा जाऊगा, फिर 2r आ जाऊगा ना, तो 2 ਨਾਲ 2 कटेगा तो अपने को जो स्केयरिंग करेंगे ना ये आ जाऊगा 2r अपॉन 2m। 2 ਨਾਲ 2 कटेगा तो अपने को आ रहेगा ए नोट स्केयर आर अपॉन है। हम देखो आ की है ई, आ जो पहला टर्म है ये की है ई नोट, आ देखो मैक्सिमम एम। ठीक है, तो इनू आप ई नोट आर अपॉन, तो ये भी आप याद रखना अगे अपने आर्टिकल से लोड पऊगी। ठीक है, ये अपने को एनर्जी है। ठीक है, ये थोड़ा मैकेनिकल ऑसिलेटर। ठीक है जी, उस तो बाद आप एक छोटे छोटे आर्टिकल ने इलैक्ट्रिकल भी करने आप मैकेनिकल भी करने। इलैक्ट्रिकल भी मैं थोड़ा करवा रहा, मैकेनिकल इलैक्ट्रिकल इदा ही करने ने, पर थोड़ा समझा दूंगा। ठीक है, तुम देख के, क्योंकि इतने मैं ब्लैक इतने लिख नहीं सकता। ठीक है, इस करके थोड़ा समझा लेना है, तो सेम डिटो कापी है। ठीक है, किमें करना मैं दस दूँगा। ठीक है, हम लॉग डिस्क्रिमिनेंट की है, पहले तो ये डेफिनेशन पता होनी चाहिए लॉग डिस्क्रिमिनेंट की। एक ही है, इट मे बी डिफाइंड एज नेचुरल लॉगरिथम ऑफ, नेचुरल लॉगरिथम है रेशियो ऑफ द एम्पलीट्यूड ऑफ एट एनी ऑसिलेशन टू द वन टाइम पीरियड आफ्टर। कहना दो दी रेशो लैनी है, लॉग लैना, लॉग तो बाद दो दी रेशो कि एक का टाइम पीरियड किसी टाइम पर एक टाइम पीरियड आफ्टर बाद, यानी कि 1 सैकेंड अपना जो एक टाइम पीरियड लंघ गया तो उस तो बाद वो एम्पलीट्यूड कितना, मतलब की है, मान लो इतने एम्पलीट्यूड मान लो इतने ऑसिलेट कर रहा है, आ मैं कैंसल ऑसिलेट एम्पलीट्यूड लै लिया भी कितना सीगा। ठीक है, उस तो बाद की है वन टाइम पीरियड आफ्टर, तो मतलब की है एक इतों गया दोबारा फिर दूर वापस आया एक टाइम पीरियड कट के। ठीक है, तो वह एम्पलीट्यूड कितना सीगा। उन्होंने दोनों जी नैचुरल लॉग की रेशो, लॉग की रेशो आ उन्होंने आप कहने लॉगरिथम डिस्क्रिमिनेंट। ठीक है, जहाँ पे नवी डेफिनेशन लिख सकते हैं द लॉगरिथम रेशो ऑफ द एम्पलीट्यूड ऑफ एनी टू सक्सैसिव कोलिजन। ठीक है, दो सक्सैसिव कोलिजन ऑसिलेशन के। ठीक है, वन टाइम पीरियड अपार्ट, दोनों टाइम पीरियड एक हो, एक टाइम पीरियड का डिफरेंस हो। ठीक है, उन्होंने आप लॉगरिथम डिस्क्रिमिनेंट कहना। हम किमें लिखांगे आप देखो, डेल्टा इज इक्वल टू लॉग ऑफ ए एन इंटू टी। ए लॉग आ की हो एम्पलीट्यूड कि टाइम पर एन टाइम पर एन टी टाइम पर, उस तो बाद ए लॉग ऑफ एन प्लस 1 इंटू टी एक टाइम पीरियड बाद। ठीक है, जहाँ इनू आप सिंपलीफाई लिखने लिए आप सौखा काम कर सकते हैं। ए एन मतलब एनथ जी जो ऑसिलेशन सी एनथ ऑसिलेशन सी उदों एम्पलीट्यूड कितना सी, जो एन प्लस 1 ऑसिलेशन हुई तो एम्पलीट्यूड कितना सी, दोनों की लॉग लैके आप डायरेक्ट प्रूव करना। ठीक है, देखो कि कटा ये ए टी की वैल्यू कट लेनी पहले आप। ए टी की वैल्यू कितनी है अपने ए नॉट ई रेस पावर आर अपॉन 2m इंटू टी, जो आप हमने कट के आए एम्पलीट्यूड। ठीक है, ए एन कट लो, ए टी जी तो एन पुट कर देना, ए एन इक्वल ई रेस ए नॉट ई रेस पावर आर अपॉन 2m, इतने आ जाएगा एन इंटू टी। ठीक है, कैपिटल टी पा दो चाहे स्मॉल टी पाए कोई प्रॉब्लम नहीं। ठीक है, उस तो बाद वन टाइम पीरियड आफ्टर की होगा ए एन प्लस 1 कर लेना, ए नॉट ई रेस पावर आर अपॉन 2m इंटू इतने एन की जगह तो आप लिख देंगे एन प्लस 1 इंटू टी। इन्होंने दोनों की आप फार्मूले पुट कर देना ए एन अपॉन ए एन प्लस 1 के उपर। ठीक है, आप दोनों ही फार्मूले पुट करता तो आपको किया गया देखो आ जो आप उपर लैके जावे ए एन इंटू टी का एन इंटू टी कैंसल कर दूगा। ठीक है, ए नोट कैंसल होता मैंने लॉग ऑफ ई रेस पावर आर अपॉन 2m इंटू कैपिटल टी रह जूगा, बाकी सारी टर्म कैंसल हो जाएंगे। ठीक है, ਹੁਣ ਆਪਾਂ ਜਦੋਂ ਆਪਾਂ लॉग ਲਾਵਾਂਗੇ ਆ ਟਰਮ ਸਾਰੇ ਟਰਮ ਮੂਹਰੇ ਆ ਜਾਂਦੀ ਹੈ आर अपॉन 2m इंटू टी लॉग ऑफ ई कितना ਹੁੰਦਾ 1, ਆਪਾਂ लॉग ऑफ ई की वैल्यू 1 पुट करते
ਇੱਥੋਂ ਆਪਾਂ ਨੇ ਡੈਲਟਾ ਦੀ ਵੈਲਿਊ ਨਿਕਲੀ ਕਿੰਨੀ ਆ ਗਈ ਹਾਂ ਡੈਲਟਾ ਇਕੁਅਲ ਆਰ ਅਪੋਨ 2m ਇੰਟੂ ਟੀ। ਠੀਕ ਹੈ, ਇਹਨੂੰ ਆਪਾਂ ਕਹਿੰਦੇ ਲੌਗਰਿਥਮ ਡਿਸਕ੍ਰਿਮੀਨੈਂਟ। ਆਰ ਕੀ ਹੈ ਡੈਂਪਿੰਗ ਕਾਂਸਟੈਂਟ, ਜੇ ਮੈਂ ਇਹਦੇ ਨੂਮੈਰੀਕਲ ਵੀ ਆ ਜਾਂਦਾ। ਆਰ ਕੀ ਡੈਂਪਿੰਗ ਕਾਂਸਟੈਂਟ, ਐਮ ਕੀ ਹੈ ਮਾਸ, ਟੀ ਕੀ ਹੈ ਟਾਈਮ। ਠੀਕ ਹੈ, ਅੱਗੇ ਜੇ ਆਪਾਂ ਮੰਨ ਲਓ ਲੌਗਰਿਥਮ ਡਿਸਕ੍ਰਿਮੀਨੈਂਟ ਕੱਢਣਾ ਹੋਵੇ ਸਲੋਪ ਦੇ ਥਰੂ ਤਾਂ ਆਪਾਂ ਕੀ ਕਰਨਾ ਲੌਗ ਦੀ ਰੇਸ਼ੋ a0 ਅਪੋਨ an ਦੀ ਜਿਹੜੀ ਹੈ ਆਪਾਂ log ਆਫ a0 ਅਪੋਨ an। ਠੀਕ ਹੈ, ਉਹਦੀ ਆਪਾਂ ਨੇ ਇੱਕ ਪਾਸੇ ਨੂੰ ਗ੍ਰਾਫ ਡਰਾ ਕਰ ਲੈਣਾ, ਦੂਸਰੇ ਪਾਸੇ ਨੂੰ ਕਰਨਾ nth ਐਂਪਲੀਟਿਊਡ, ਮਤਲਬ ਪਹਿਲਾ ਐਂਪਲੀਟਿਊਡ ਹੈ ਦੂਸਰਾ ਐਂਪਲੀਟਿਊਡ ਹੈ ਜਾਂ ਦੂਸਰੀ ਓਸੀਲੇਸ਼ਨ ਹੈ ਤੀਸਰੀ ਓਸੀਲੇਸ਼ਨ ਹੈ ਨਾ, ਉਹ ਇੱਧਰ ਨੂੰ ਆਪਾਂ ਡਰਾਈ ਕਰਨੀ। ਠੀਕ ਹੈ, ਤੇ ਇਹਨਾਂ ਦੋਨਾਂ ਦੀ ਇੱਕ ਸਟੇਟ ਲਾਈਨ ਬਣੂ। ਸਟੇਟ ਲਾਈਨ ਤੋਂ ਆਪਾਂ ਦੋ ਪਰਪੈਂਡੀਕੂਲਰ ਲਾਈਨਾਂ ਡਰਾ ਕਰਕੇ ਆਪਾਂ ਇੱਕ ਟ੍ਰਾਇੰਗਲ ਬਣਾਉਣੀ। ਇਹਦੀ ਆਪਾਂ ਸਲੋਪ ਕੱਢਣੀ ਹੈ। ਸਲੋਪ ਕਿਹਦੇ ਹੁੰਦੀ tan of theta, tan of theta ਤੇ y upon x, y axis BC upon AC। ਠੀਕ ਹੈ, ਤੇ ਹੁਣ ਆਪਾਂ ਜਿਹੜੇ tan of theta BC upon AC ਆ ਗਏ ਤਾਂ ਇਹਦੀ tan of theta ਆਲਸੋ ਆਪਾਂ ਕੀ ਕਹਿੰਦੇ ਨੇ ਡੈਲਟਾ। ਠੀਕ ਹੈ, ਤੇ ਇੱਥੋਂ ਆਪਾਂ ਡੈਲਟਾ ਤੋਂ ਆਪਾਂ ਡੈਂਪਿੰਗ ਕੋਐਫੀਸ਼ੀਐਂਟ ਵੀ ਕੱਢ ਸਕਦੇ ਹਾਂ r ਇਕੁਅਲ ਟੂ 2m upon t ਇੰਟੂ ਡੈਲਟਾ, ਇਹ ਸੇਮ ਹੀ। ਠੀਕ ਹੈ, ਅੱਗੇ ਦੂਸਰਾ ਇੰਪੋਰਟੈਂਟ ਚੀਜ਼ ਹੈਗੀ ਰਿਲੈਕਸੇਸ਼ਨ ਟਾਈਮ ਚੇਂਜ। It may be defined as a time period, time after which the amplitude of ਜਿਹੜਾ oscillation ਹੈ, ਜੇ ਇਹ ਕਹਿੰਦਾ ਉਹ ਟਾਈਮ ਹੈ ਜਿਹਦੇ ਵਿੱਚ ਐਂਪਲੀਟਿਊਡ ਜਿਹੜਾ oscillation ਦਾ 1/e ਟਾਈਮਸ ਆਫ ਦੇ ਪ੍ਰੈਜ਼ੈਂਟ ਐਂਪਲੀਟਿਊਡ। ਮੰਨ ਲਓ ਪਹਿਲਾਂ ਐਂਪਲੀਟਿਊਡ ਮਤਲਬ 2 ਸਕਿੰਟ ਬਾਅਦ ਇੰਨਾ ਸੀਗਾ ਐਂਪਲੀਟਿਊਡ। ਠੀਕ ਹੈ, ਥੋੜ੍ਹੇ ਟਾਈਮ ਬਾਅਦ ਉਹਦਾ ਜਿਹੜਾ ਐਂਪਲੀਟਿਊਡ ਹੋ ਗਿਆ ਘਟ ਗਿਆ। ਉਹ ਕਿੰਨਾ ਘਟ ਗਿਆ 1/e ਟਾਈਮਸ ਆਫ ਜਿਹੜਾ ਪਹਿਲਾਂ ਐਂਪਲੀਟਿਊਡ ਸੀਗਾ। ਠੀਕ ਹੈ, ਇਹਦਾ ਮਤਲਬ ਕਿ ਉਹਨੂੰ ਆਪਾਂ ਜਿਹੜਾ ਟਾਈਮ ਲੱਗਿਆ ਉਹਨੂੰ ਜਿੰਨਾ ਜਦੋਂ ਐਂਪਲੀਟਿਊਡ ਉਹਦਾ 1/e ਟਾਈਮਸ ਹੋ ਗਿਆ ਘਟ ਗਿਆ। ਠੀਕ ਹੈ ਨਾ, ਮਤਲਬ ਸਮਝ ਗਏ ਨਹੀਂ, ਉਹ ਟਾਈਮ ਪੀਰੀਅਡ ਜਿਹਦੇ ਵਿੱਚ ਜਿਹੜਾ ਐਂਪਲੀਟਿਊਡ ਦਾ ਆਸੋਲੇਸ਼ਨ ਦਾ ਜਿਹੜਾ ਐਂਪਲੀਟਿਊਡ ਆ ਉਹ ਘਟ ਜਾਵੇ। ਕਿੰਨਾ ਘਟ ਜਾਵੇ 1/e ਟਾਈਮਸ ਆਫ ਓਰੀਜਨਲ ਐਂਪਲੀਟਿਊਡ ਜਿਹੜਾ ਪਹਿਲਾਂ ਸੀਗਾ। ਠੀਕ ਹੈ, ਉਹਨੂੰ ਆਪਾਂ ਕਹਿੰਦੇ ਹਾਂ ਜਿਹੜਾ ਉਹ ਟਾਈਮ ਜਿੰਨਾ ਉਹਨੂੰ ਟਾਈਮ ਲੱਗਿਆ ਉਹਨੂੰ ਆਪਾਂ ਕਹਿੰਦੇ ਹਾਂ ਰਿਲੈਕਸੇਸ਼ਨ ਟਾਈਮ। ਦੇਖੋ ਇਹਦੀ ਆਪਾਂ ਡੈਫੀਨੇਸ਼ਨ ਦੀ ਆਪਾਂ ਨੇ ਇਹਦਾ ਉਹ ਬਣਾਉਣਾ ਫਾਰਮੂਲਾ, ਇਹਨੂੰ ਆਪਾਂ ਟਾਓ ਨਾਲ ਡਿਨੋਟ ਕਰਨੇ ਆ। ਕਹਿੰਦਾ ਟੀ ਪਲੱਸ ਟਾਓ ਸੀ, ਸਪੋਜ਼ ਕਰੋ ਟਾਓ ਟਾਈਮ ਲੱਗਿਆ ਤਾਂ ਏ ਟੀ ਸੀਗਾ ਪਹਿਲਾਂ ਟਾਈਮ ਐਂਪਲੀਟਿਊਡ ਸੀਗਾ ਏ ਟੀ ਤੇ, ਹੁਣ ਏ ਟੀ ਪਲੱਸ ਟਾਓ ਕਿਹਦਾ ਲਿਖਤਾ 1/e ਟਾਈਮਸ ਆਫ ਇੱਥੇ ਇਹਦੇ ਨਾਲ ਲਿਖ ਸਕਦੇ ਈ ਟੀ। ਮੈਂ ਲਿਖ ਕੇ ਦਿਖਾਉਣਾ ਇਹ ਜਿਹੜਾ ਟੀ ਹੈ ਉਹ ਐਂਪਲੀਟਿਊਡ ਸੀਗਾ ਪਹਿਲਾਂ। ਹੁਣ ਮੰਨ ਲਓ ਟਾਓ ਕੀ ਹੋ ਗਿਆ ਰਿਲੈਕਸੇਸ਼ਨ ਟਾਈਮ ਹੋ ਗਿਆ। ਮੰਨ ਲਓ ਇਹਦੇ ਵਿੱਚ ਪਹਿਲਾਂ 2 ਸਕਿੰਟ ਸੀ, ਹੁਣ 2 ਸਕਿੰਟ ਹੋ ਜੇ ਹੋਰ ਐਡ ਹੋ ਗਏ ਆ ਟਾਓ। ਹੁਣ ਆਪਣੇ ਕੋਲ ਆ ਐਂਪਲੀਟਿਊਡ ਆ ਗਿਆ, ਪਹਿਲਾਂ ਟੀ ਸੀਗਾ ਉਹਦੇ ਵਿੱਚ 2 ਸਕਿੰਟ ਸੀ, ਫਿਰ 3 ਸਕਿੰਟ ਹੋਰ ਵੱਧ ਗਏ ਤਾਂ 5 ਸਕਿੰਟ ਹੋ ਗਏ। ਠੀਕ ਹੈ, ਇਹ ਕਿਹਦੇ ਬਰਾਬਰ ਜਿਹੜਾ ਇਹ 5 ਸਕਿੰਟ ਬਾਅਦ ਜਿਹੜਾ ਐਂਪਲੀਟਿਊਡ ਆਇਆ ਉਹ ਕਿਹਦੇ ਬਰਾਬਰ ਆ 1/e ਟਾਈਮਸ ਆਫ ਏ ਟੀ। ਠੀਕ ਹੈ ਜੀ, ਇਹ ਫਾਰਮੂਲੇ ਦਾ ਆਪਣੇ ਕੋਲ ਆਹ ਚੀਜ਼ ਬਣ ਗਈ। ਆਪ ਇਹਦੇ ਨੀਚੇ ਲਿਆਂਦਾ। ਠੀਕ ਹੈ, ਤਾਂ ਆਪਣੇ ਕੋਲ ਬਣਦਾ। ਠੀਕ ਹੈ, ਇਹ ਮੈਂ ਫਾਰਮੂਲਾ ਬਣਾਇਆ ਆਪਾਂ ਨੇ ਡੈਫੀਨੇਸ਼ਨ, ਸਮਝ ਗਏ। ਉਸ ਤੋਂ ਬਾਅਦ ਆਪਾਂ ਇਹਦੀ ਵੈਲਿਊ ਪੁੱਟ ਕਰਨੀ ਹੈ। देखो ए टी की वैल्यू कितनी ए नॉट ई रिस्क आर टी टी लिख देंगे ए टी प्लस टॉ की वैल्यू ए नॉट ई रिस्क आर अपॉन टी प्लस टॉ पुट कर देंगे। ठीक है, वो टाइम पीरियड हो गया। इन्होंने दोनों वैल्यू आप इतने पुट करते ए नॉट राइट नॉट कट गया आर अपॉन 2m इंटू टी ये आर अपॉन 2m इंटू टी कटे गया कलर टॉ रह गया ई रिस्क पर मैंस आर अपॉन 2m इंटू टॉ इक्वल टू ई रिस्क पर मैंस 1 एक्सपोनेंशियल कैंसिल हो गई माइनस ना माइनस कैंसिल हो गया तो अपना कलर रह गया आर अपॉन 2m इंटू टॉ इक्वल टू 1। ठीक है, इतों आप रिलैक्सेशन टाइम कट लेंगे टॉ इक्वल टू 2m अपॉन आर। हम देखो जो टॉ आ वो 2m अपॉन आर है। ठीक है, जो अपने को डेल्टा वा लॉगरिथम डिस्क्रिमिनेंट वो क्या बनना आर अपॉन 2m इंटू टी है। ये जो आर अपॉन 2m की वैल्यू पुट कर दो इतों तो रिलेशन बिटवीन आ जाऊगा डेल्टा ते टी लॉगरिथम डिस्क्रिमिनेंट रिलैक्सेशन टाइम रिलेशन आ गया डेल्टा इक्वल टू टी अपॉन टॉ दे बराबर। अगे उस तो इंपोर्टेंट आर्टिकल है क्यू फैक्टर। क्यू फैक्टर की इट मे बी डिफाइंड एज द एंगुलर फ्रीक्वेंसी ऑफ ऑसिलेशन टाइम टू टाइम का मतलब हम मैं पंजाबी समझावा भी एंगुलर फ्रीक्वेंसी है जिहदे जी एनर्जी ऑफ ऑसिलेटर है। हुण आपां उहदी गल करनी एंपलीट्यूड की, हुण आपां करनी है एनर्जी ऑफ ऑसिलेटर। जी एनर्जी ऑफ ऑसिलेटर है 1/e टाइम्स ऑफ जे जी एनर्जी पहला सी। ठीक है, हुण एनर्जी घट गई वो फ्रिक्वेंसी जिहदे विच
ਆਸੋਲੇਟਰ ਦੀ એનર્ਜੀ ਹੈ 1.e ਟਾਈਮਸ ਆਫ ਪ੍ਰੈਜ਼ੈਂਟ એનર્ਜੀ ਨਾਲ। ਠੀਕ ਹੈ, ਤਾਂ ਪਹਿਲਾਂ ਫਾਰਮੂਲਾ ਬਣਾ ਦਾਂਗੇ ਕਿਵੇਂ E = E ਪਲੱਸ ਟੋ ਟਾਈਮ ਬਾਅਦ ਮਨ ਟੋ ਡੈਸ਼ ਲਿਖਤਾ ਆਪਣੇ ਵੀ ਟੋ ਡੈਸ਼ ਟਾਈਮ ਬਾਅਦ ਕੀ ਹੈ ਉਹਦੀ એનર્ਜੀ ਕੀ ਹੈ ਘਟ ਕੇ ਕਿੰਨੀ ਰਹੇਗੀ 1.e ਟਾਈਮ। ਇਹ ਆਪਦੀ ਬਣਾਉਣਾ ET ਪਲੱਸ ਟੋ ਡੈਸ਼ = 1.e × ET। ਠੀਕ ਹੈ, ਉੱਥੋਂ ਆਪਣਾ ਕੋਈ ਫਾਰਮੂਲਾ ਇਹ ਬਣ ਗਿਆ। ਉਸ ਤੋਂ ਬਾਅਦ ਕਿਊਟ ਫੈਕਟਰ ਨੂੰ ਆਪਾਂ ਇੱਕ ਹੋਰ ਨਵੀਂ ਡੈਫੀਨੇਸ਼ਨ ਡਿਫਾਈਨ ਕਰ ਸਕਦੇ ਹਾਂ। ਉਹ ਕੀ ਹੈ ਕਹਿੰਦਾ ਐਂਗਲ ਕਵਰਡ ਬਾਏ ਦਾ ਆਸੋਲੇਟਰ, ਵੀ ਆਸੋਲੇਟਰ ਨੇ ਕਿੰਨਾ ਐਂਗਲ ਕਵਰ ਕੀਤਾ ਜਿਹਦੇ ਵਿੱਚ ਕਹਿੰਦਾ ਟਾਈਮ ਜਿਹਦੇ ਵਿੱਚ ਕਹਿੰਦਾ ਵੀ એનર્ਜੀ ਆ 1.e ਟਾਈਮਸ ਉਹਦੀ। ਠੀਕ ਹੈ, ਇਹਦਾ ਮਤਲਬ ਉਹ ਆਪਣੇ ਕੋਲ ਟਾਈਮ ਕਿਹਦੇ ਉਹ ਐਂਗਲ ਕਿਹਦੇ ਬਰਾਬਰ ਹੋਊਗਾ Q ਸਪੋਜ਼ ਕਰੋ Q ਐਂਗਲ ਹੈ ਤਾਂ ਕਿਹਦੇ ਬਰਾਬਰ ਵੈਲੋਸਿਟੀ ਇਨਟੂ ਟਾਈਮ। ਆਪਾਂ ਕਰਦੇ ਹਾਂ ਥੀਟਾ = ω/t। ਓਮੇਗਾ ਕੀ ਹੈ ਵੈਲੋਸਿਟੀ, ਟੀ ਕੀ ਹੈ ਟਾਈਮ ਪੀਰੀਅਡ, ਉਹੀ ਆਪਾਂ ਥੀਟਾ ਕਰ ਲਿਆ। ਥੀਟਾ ਦੀ ਜਗ੍ਹਾ ਤਾਂ ਪਤਾ ਕੀ ਲਿਖਤਾ Q ਕੁਆਲਿਟੀ ਫੈਕਟਰ। ਠੀਕ ਹੈ, ਡੈਟ ਇਜ਼ ਐਂਗਲ ਹੀ ਹੈ ਨਾ ਉਹਨੇ ਐਂਗਲ ਕਵਰ Q ਆਪਾਂ ਨੂੰ Q ਨਾਲ ਨੋਟ ਕਰਤਾ, ਥੀਟਾ ਨਹੀਂ ਲਿਖਿਆ। ਓਮੇਗਾ ਡੈਸ਼ ਦੀ ਵੈਲੋਸਿਟੀ ਹੈ ਤੇ ਟੀ ਦਾ ਟੋ ਡੈਸ਼ ਕੀ ਆ ਉਹਦਾ ਟਾਈਮ ਪੀਰੀਅਡ ਜਿਹਦੇ ਵਿੱਚ ਉਹਦਾ ਐਂਪਲੀਟਿਊਡ ਘਟ ਜਾਂਦਾ 1.e ਟਾਈਮ। ਹੁਣ ਆਪਾਂ ਇੱਥੇ ਆਪਾਂ ਵੈਲਿਊ ਪੁੱਟ ਕਰਨੀ ਹੈ, ਪਹਿਲਾਂ ET ਦੀ ਵੈਲਿਊ ਕੱਢਣੀ ਹੈ। ET ਦੀ E0 is per r.1 ਦੱਸਿਆ ਤੁਹਾਨੂੰ ਮੈਂ ਉਹ ਪਹਿਲਾਂ ਜਿਹੜਾ ਆਪਾਂ ਮਕੈਨੀਕਲ ਆਸੋਲੇਟਰ ਕੀਤੇ ਉਸ ਮੈਂ એનર્ਜੀ ਪਹਿਲਾਂ ਆਪਾਂ એનર્ਜੀ ਕੱਢੀ ਸੀ। ਮੈਂ ਤੁਹਾਨੂੰ ਕਿਹਾ ਯਾਦ ਰੱਖ ਲਿਓ ਆਹ ਫਾਰਮੂਲਾ ET = E0 is per r.m × t। ਇੱਦਾਂ ਹੀ ਆਪਾਂ ET ਪਲੱਸ ਟੋ ਕੱਢ ਲੈਣਾ ਤਾਂ ਇੱਥੇ T ਦੀ ਜਗ੍ਹਾ T ਪਲੱਸ ਟੋ ਡੈਸ਼ ਪੁੱਟ ਕਰ ਲੈਣਾ। ਇਹਨਾਂ ਦੋਨਾਂ ਨੂੰ ਵੈਲਿਊ ਆਪਾਂ ਇੱਥੇ ਪੁੱਟ ਕਰਤੀ ਉੱਪਰ। ਠੀਕ ਹੈ, ਤਾਂ ਇਹਨਾਂ 'ਚ ਜਿਹੜੀ ਚੀਜ਼ ਕੱਟੀ ਜਾਂਦੀ E0 ਕੱਟਿਆ ਗਿਆ, r.2m × t ਕੱਟਿਆ ਗਿਆ ਤਾਂ ਇਕੱਲਾ ਟੋ ਰਹਿ ਜੂ e r.m × ਟੋ e−1। ਠੀਕ ਹੈ, ਮਾਈਨਸ ਕੱਟ ਕੇ ਨਾ E ਕੱਟ ਕੇ ਕੈਂਸਲ ਹੋ ਗਿਆ ਤਾਂ r.m ਟੋ = 1 ਆ ਗਿਆ ਤਾਂ ਟੋ = m/r ਆ ਗਿਆ। ਟੋ ਦੀ ਵੈਲਿਊ ਆ ਗਈ। ਹੁਣ ਟੋ ਦੀ ਵੈਲਿਊ ਇੱਥੇ ਪੁੱਟ ਕਰ ਦਿਓ Q = ਓਮੇਗਾ ਡੈਸ਼ ਟੋ ਡੈਸ਼ ਦੀ ਵੈਲਿਊ ਪੁੱਟ ਕੀਤੀ ਆਪਣੇ ਕੋਲ ਹੈ m ਓਮੇਗਾ ਡੈਸ਼ r। ਹੁਣ ਓਮੇਗਾ ਡੈਸ਼ ਦੀ ਵੈਲਿਊ ਪੁੱਟ ਕਰ ਇਹ ਆ ਗਿਆ ਆਪਣੇ ਕੋਲ ਕੁਆਲਿਟੀ ਫੈਕਟਰ। ਇਹ ਯਾਦ ਰੱਖਣਾ। ਠੀਕ ਹੈ, ਇਹੀ ਕੁਆਲਿਟੀ ਫੈਕਟਰ ਸੇਮ ਆ ਜਾਊਗਾ ਇਲੈਕਟ੍ਰੀਕਲ ਆਸੋਲੇਟਰ ਵਿੱਚ। ਉਹਦੇ ਵਿੱਚ ਕੀ ਆਊਗਾ ਬਸ ਸਿਰਫ ਇੱਥੇ ਫਰਕ ਪੈਣਾ, ਇੱਥੇ ਐਮ ਦੀ ਜਗ੍ਹਾ 'ਤੇ ਉੱਥੇ ਕੀ ਹੈ L ਕੈਪੀਟਲ L ਇੰਡਕਟੈਂਸ ਅਤੇ R ਦੀ ਜਗ੍ਹਾ 'ਤੇ ਕੀ ਹੈ ਕੈਪੀਟਲ R ਰੈਜ਼ਿਸਟੈਂਸ। ਇੱਥੇ ਡੈਂਪਿੰਗ ਕਾਂਸਟੈਂਟ ਹੈ ਉੱਥੇ ਰੈਜ਼ਿਸਟੈਂਸ ਆ ਜੂਗੀ, ਇੱਥੇ L ਆ ਜੂਗਾ। ਇਹਦਾ ਮਤਲਬ ਉਹਦਾ ਕਿਊ ਫੈਕਟਰ ਕਿੰਨਾ ਆ ਜੂਗਾ, ਇਹ ਮੈਂ ਤੁਹਾਨੂੰ ਨਾਲ ਹੀ ਸਮਝਾ ਰਿਹਾ L ਓਮੇਗਾ ਅਪੋਨ ਕੈਪੀਟਲ R। ਹੁਣ ਓਮੇਗਾ ਡੈਸ਼ ਦੀ ਵੈਲਿਊ ਪੁੱਟ ਕਰਦੇ ਹਾਂ। ਠੀਕ ਹੈ, m/r s/m r ਦਾ ਸਕੁਅਰ 4m ਦਾ ਸਕੁਅਰ। ਠੀਕ ਹੈ, ਇਹ ਕਿਹਦੇ ਬਾਰੇ ਕੁਆਲਿਟੀ ਫੈਕਟਰ ਆ ਗਿਆ ਫੋਰ ਦਾ ਡੈਂਪਡ ਹਾਰਮੋਨਿਕ ਆਸੋਲੇਟਰ। ਜੇ ਆਪਾਂ ਅਨਡੈਂਪਡਲੀ ਕਰਨਾ ਹੋਵੇ ਤਾਂ ਆਪਾਂ ਇਹਦੀ ਵੈਲਿਊ ਆਪਾਂ 0 ਪੁੱਟ ਕਰ ਦਾਂਗੇ, ਜਾਂ ਅਨਡੈਂਪਡਲੀ ਜਾਂ ਆਪਾਂ ਕਰਨਾ ਹੋਵੇ ਜਿਹਦੇ ਵਿੱਚ ਜਿਹੜੀ ਡੈਂਪਿੰਗ ਆ ਉਹ ਬਹੁਤ ਜ਼ਿਆਦਾ ਘੱਟ ਆ ਤਾਂ s/m ਵੈਰੀ ਗ੍ਰੇਟਰ ਦੈਨ r ਦਾ ਸਕੁਅਰ 4m ਦਾ ਸਕੁਅਰ ਬਣ ਗਿਆ। ਤਾਂ ਆਪਾਂ ਇਹਨੂੰ ਨੈਗਲੈਕਟ ਕਰ ਦਾਂਗੇ ਆਹ ਚੀਜ਼ ਨੂੰ, ਇੱਧਰ ਵਾਲੀ ਆਹ ਵਾਲੀ ਇਹਨੂੰ ਨੈਗਲੈਕਟ ਕਰ ਦਾਂਗੇ ਤਾਂ ਆਪਾਂ ਨੂੰ ਆ ਜਾਊਗਾ ਕੁਆਲਿਟੀ ਫੈਕਟਰ Q = m/r s/m ਦਾ ਅੰਡਰ। ਠੀਕ ਹੈ ਜੀ, ਇਹ ਸੀਗਾ ਥੋੜ੍ਹਾ ਮਕੈਨੀਕਲ ਆਸੋਲੇਟਰ। ਠੀਕ ਹੈ, ਮਕੈਨੀਕਲ ਆਸੋਲੇਟਰ ਤੋਂ ਬਾਅਦ ਉਹਦੇ ਆਪਾਂ 3 ਕੇਸ ਕੀਤੇ ਨੇ, ਹੈਵੀ ਡੈਂਪਡ, ਕ੍ਰਿਟੀਕਲ ਡੈਂਪਿੰਗ, ਲਾਈਟਰ ਡੈਂਪਿੰਗ। ਠੀਕ ਹੈ, ਉਹਦੀ ਡਿਟੇਲ ਕੀਤੀ। ਫਿਰ ਆਪਾਂ એનર્ਜੀ ਕੱਢੀ ਆਸੋਲੇਟਰ ਦੀ, ਐਂਪਲੀਟਿਊਡ ਦੀ એનર્ਜੀ ਕੱਢ ਲਈ। ਉਸ ਤੋਂ ਬਾਅਦ ਆਪਾਂ ਉਹਦੇ ਕੇਸ ਕੀਤੇ ਵੀ ਲੋਗਰਿਥਮ ਡਿਸਕ੍ਰੀਮੈਂਟ ਕੀ ਹੁੰਦਾ, ਜਿਹੜੇ ਇੰਪੋਰਟੈਂਟ ਆਰਟੀਕਲ ਨੇ ਛੋਟੇ ਛੋਟੇ ਨੇ ਆਰਟੀਕਲ ਇੰਪੋਰਟੈਂਟ ਨੇ। ਲੋਗਰਿਥਮ ਡਿਸਕ੍ਰੀਮੈਂਟ ਕੀ ਹੈ, ਰਿਲੈਕਸੇਸ਼ਨ ਟਾਈਮ ਬਹੁਤ ਇੰਪੋਰਟੈਂਟ ਹੈ। ਠੀਕ ਹੈ, ਅਤੇ ਕੁਆਲਿਟੀ ਫੈਕਟਰ ਬਹੁਤ ਹੁੰਦਾ। ਠੀਕ ਹੈ, ਲੋਗਰਿਥਮ ਡਿਸਕ੍ਰੀਮੈਂਟ ਕੀ ਹੈ, ਰੇਸ਼ੋ ਆ ਦੋ ਐਂਪਲੀਟਿਊਡ ਦਾ। ਠੀਕ ਹੈ, ਸਕਸੈਸਿਵ ਐਂਪਲੀਟਿਊਡ ਦਾ। ਠੀਕ ਹੈ, ਲੌਗ ਆਫ ਰੇਸ਼ੋ ਆਫ ਦਾ 2 ਐਂਪਲੀਟਿਊਡਸ। ਠੀਕ ਹੈ, ਅਤੇ ਰਿਲੈਕਸੇਸ਼ਨ ਟਾਈਮ ਕੀ ਹੈ, ਜਿਹਦੇ ਵਿੱਚ ਕਹਿੰਦਾ ਜਿਹੜੀ ਐਂਪਲੀਟਿਊਡ ਆਫ ਆਸੋਲੇਸ਼ਨ ਆ ਘੱਟ ਕੇ 1.e ਟਾਈਮਸ ਹੋ ਜਾਵੇ ਪ੍ਰੈਜ਼ੈਂਟ ਐਂਪਲੀਟਿਊਡ। એનર્ਜੀ ਆਫ ਕੁਆਲਿਟੀ ਫੈਕਟਰ ਕੀ ਹੈ, ਜਿਹਦੇ ਵਿੱਚ એનર્ਜੀ ਹੈ ਘੱਟ ਕੇ 1.e ਟਾਈਮਸ ਹੋਵੇ ਪ੍ਰੈਜ਼ੈਂਟ એનર્ਜੀ। ਠੀਕ ਹੈ, ਇਹ ਤਿੰਨੇ ਚੀਜ਼ਾਂ ਤੁਸੀਂ ਕਰਨੀਆਂ। ਇਹਨਾਂ ਤੁਹਾਡਾ ਜਿਹੜਾ ਆਪਣਾ ਮਕੈਨੀਕਲ ਆਸੋਲੇਟਰ ਕੰਪਲੀਟ ਹੋ ਗਿਆ। ਹੁਣ ਆਪਾਂ ਇਲੈਕਟ੍ਰੀਕਲ ਆਸੋਲੇਟਰ ਬਾਰੇ ਪੜ੍ਹਾਂਗੇ, ਡੈਂਪਡ ਇਲੈਕਟ੍ਰੀਕਲ ਆਸੋਲੇਟਰ ਬਾਰੇ ਅਗਲੇ ਪਾਰਟ ਦੇ ਵਿੱਚ। ਠੀਕ ਹੈ ਜੀ, ਧੰਨਵਾਦ।